ਸਾਡੇ ਸਮਾਜ ਦੇ ਵਿੱਚ ਕਈ ਤਰੀਕਿਆਂ ਦੇ ਵਹਿਮ ਲੋਕਾਂ ਨੂੰ ਚੰਬੜੇ ਹੋਏ ਨੇ ਤੇ ਇਦਾਂ ਕਹਿ ਲਈਏ ਉਹਨਾਂ ਵਹਿਮਾਂ ਨੂੰ ਕਰਦਿਆਂ ਹੋਇਆਂ ਲੋਕਾਂ ਨੂੰ ਇੰਜ ਲੱਗਦਾ ਵੀ ਅਸੀਂ ਰੱਬ ਦੀ ਪੂਜਾ ਕਰਦੇ ਪਏ। ਗੁਰਮਤਿ ਦੀ ਦ੍ਰਿਸ਼ਟੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਿਸ ਪਾਸੇ ਤੋਂ ਬੋਲਿਆ ਗਿਆ ਹੈ। ਤੇ ਮੈਂ ਇਹ ਬੇਨਤੀ ਆਪ ਜੀ ਦੇ ਅੱਗੇ ਰੱਖ ਦੇਵਾਂ। ਇੱਕ ਹੁੰਦਾ ਹੈ ਕਿ ਸਾਨੂੰ ਪਤਾ ਨਹੀਂ ਸੀ ਤੇ ਅਸੀਂ ਅਣਜਾਣ ਪੁਣੇ 'ਚ ਕਰਦੇ ਰਹੇ ਹਾਂ। ਇੱਕ ਹੁੰਦਾ ਹੈ ਵੀ ਸਾਨੂੰ ਪਤਾ ਲੱਗ ਗਿਆ ਹੈ, ਅਸੀਂ ਤਾਂ ਵੀ ਕਰਦੇ ਹਾਂ, ਉਹਨਾਂ ਦੇ ਵਿੱਚ ਗਲਤੀ ਹੋ ਜਾਂਦੀ ਹੈ। ਜਿਹਨੂੰ ਬਾਬਾ ਕਬੀਰ ਕਹਿੰਦੇ ਨੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ, ਵੀ ਉਹ ਕਾਹਦੀ ਸਿਆਣਪ ਹੋਈ ਵੀ ਹੱਥ ਦੇ ਵਿੱਚ ਦੀਵਾ ਹੋਵੇ ਤੇ ਬੰਦਾ ਤਾਂ ਵੀ ਡਿੱਗ ਪਵੇ। ਬੜੇ ਲੋਕ ਬੜੇ ਬੜੇ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੁੰਦੇ ਨੇ। ਉਹਨਾਂ ਨੂੰ ਤੁਸੀਂ ਕੱਢਣ ਦੀ ਕੋਸ਼ਿਸ਼ ਕਰੋਗੇ ਤੇ ਇੰਨੀ ਜਲਦੀ ਕੋਈ ਨਹੀਂ ਨਿਕਲਦਾ। ਸਭ ਤੋਂ ਪਹਿਲਾਂ ਅਸੀਂ ਆਪਣੀ ਤਿਆਰੀ ਕਰਨੀ ਹੁੰਦੀ ਹੈ ਵੀ ਮੈਂ ਇਹਨਾਂ ਵਹਿਮਾਂ ਦੇ ਵਿੱਚੋਂ ਕਿੰਨਾ ਕੁ ਨਿਕਲਿਆ ਹਾਂ, ਮੈਂ ਇਹਨਾਂ ਵਹਿਮਾਂ ਤੋਂ ਕਿੰਨਾ ਕੁ ਬਾਹਰ ਹਾਂ। ਸੋ ਇਸ ਕਰਕੇ ਇਹ ਕੋਸ਼ਿਸ਼ ਜਿਹੜੀ ਅਸੀਂ ਕਰਨੀ ਹੈ, ਮੈਂ ਆਪ ਜੀ ਦੇ ਅੱਗੇ ਇਹ ਜਿਹੜੀਆਂ ਪੰਕਤੀਆਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਅਸੀਂ ਸਾਂਝੀਆਂ ਕਰਨੀਆਂ ਨੇ। 5ਵੀਂ ਵਾਰ ਦੀ ਇਹ 7ਵੀਂ ਪੌੜੀ ਹੈ। ਦੁਨੀਆ ਕਿਹੜੇ ਪਾਸੇ ਚੱਲਦੀ ਹੈ ਤੇ ਸਿੱਖ ਨੇ ਕਿਹੜੇ ਪਾਸੇ ਜਾਣਾ ਹੈ, ਇਹ ਫਰਕ ਹੈ ਤੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਲਾਗੂ ਕਰਨਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਤ ਸਤ ਸੰਜਮ ਹੋਮ ਜਗ, ਜਪ ਤਪ ਦਾਨ ਪੁੰਨ ਬਹੁ ਤੇਰੇ। ਦੁਨੀਆ ਦੇ ਵਿੱਚ ਤੁਹਾਨੂੰ ਜਤੀ ਲੋਕਾਂ ਦੀ ਗਿਣਤੀ ਬੜੀ ਮਿਲ ਜਾਵੇਗੀ। ਸਾਨੂੰ ਇੰਝ ਲੱਗਦਾ ਇਸ ਸੁਸਾਇਟੀ ਦੇ ਵਿੱਚ ਜੀਂਦਿਆਂ ਵੀ ਕੋਈ ਜਤੀ ਬਹੁਤੇ ਨਹੀਂ ਹੋਣਗੇ, ਪਰ ਜਿਨ੍ਹਾਂ ਨੂੰ ਇੱਦਾਂ ਕਹਿ ਲਓ ਵੀ ਜ਼ਿੰਦਗੀ ਦੇ ਵਿੱਚ ਸਿੱਖਿਆ ਮਿਲ ਗਈ ਨਾ, ਉਹ ਸੰਨਿਆਸ ਧਾਰਨ ਕਰ ਲੈਂਦੇ ਨੇ। ਔਰ ਬੜੇ ਬੜੇ ਉਮਰਾਂ ਦੀ ਵੀ ਕੋਈ ਜ਼ਿਆਦਾ ਨਹੀਂ, ਬਸ ਮਨ 'ਚ ਖਿੱਚ ਪੈਦਾ ਹੋਊਗੀ। ਆ ਥੋੜ੍ਹੇ ਦਿਨ ਪਹਿਲਾਂ ਦੀ ਇੱਕ ਖਬਰ ਸੀ ਵੀ ਇੰਜੀਨੀਅਰਿੰਗ ਕੀਤੀ ਹੈ ਤੇ ਉਹ ਇਕੱਲਾ ਮਾਪਿਆਂ ਦਾ ਬੱਚਾ ਤੇ ਉਹਨੇ ਸੰਨਿਆਸ ਲੈ ਲਿਆ। ਹੁਣ ਸਾਰਾ ਪਰਿਵਾਰ ਰੋ ਰਿਹਾ ਵੀ ਬੱਚੇ ਨੇ ਸੰਨਿਆਸ ਲੈ ਲਿਆ। ਸੰਨਿਆਸ ਦਾ ਮਤਲਬ ਹੀ ਵੀ ਛੱਡਤਾ ਸਾਰਾ ਪਰਿਵਾਰ ਉਹਨੇ। ਇਹੋ ਜਿਹੇ ਬੰਦੇ ਜਿਨ੍ਹਾਂ ਨੇ ਇੰਦਰੀਆਂ ਦੇ ਉੱਤੇ ਕੰਟਰੋਲ ਕਰ ਲੈਣਾ ਹੈ, ਇਹੋ ਜਿਹੇ ਬੰਦੇ ਵੀ ਘੱਟ ਨਹੀਂ ਨੇ। ਜਦੋਂ ਸਾਧੂਆਂ ਦੀ ਗਿਣਤੀ ਵੇਖੋਗੇ ਤੇ ਵੇਖੋ ਕਿੰਨੀ ਭੀੜ ਹੈ ਸਾਧੂਆਂ ਦੀ ਵੀ। ਸਤੀ, ਸਤੀ ਦਾ ਮਤਲਬ ਹੋ ਗਿਆ ਦਾਨ ਕਰਨ ਵਾਲੇ। ਸਤੀ ਇੱਕ ਇਸਤਰੀ ਲਈ ਵੀ ਸ਼ਬਦ ਵਰਤਿਆ ਜਾਂਦਾ ਹੈ, ਸਤੀ ਸ਼ਬਦ ਜਿਹੜਾ ਹੈ ਉਹ ਦਾਨੀ ਦੇ ਲਈ ਵੀ ਵਰਤਿਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਤ ਸਤ ਸੰਜਮ ਹੋਮ ਜਗ। ਜਤ ਰੱਖਣ ਵਾਲੇ, ਦਾਨ ਕਰਨ ਵਾਲੇ, ਤਰੀਕਿਆਂ ਦੇ ਸੰਜਮ ਕਰਨ ਵਾਲੇ। ਸੰਜਮ ਦਾ ਮਤਲਬ ਹੋ ਗਿਆ ਪਰਹੇਜ਼ ਕਰਨ ਵਾਲੇ। ਜਿੱਦਾਂ ਕਈਆਂ ਨੇ ਕਈ ਚੀਜ਼ਾਂ ਛੱਡੀਆਂ ਹੁੰਦੀਆਂ ਨੇ। ਅਸੀਂ ਹਰ ਇੱਕ ਚੀਜ਼ ਨੂੰ ਧਰਮ ਦੇ ਨਾਲ ਜੋੜ ਦਿੱਤਾ ਨਾ, ਵੀ ਇਹ ਬੰਦਾ ਪਿਆਜ਼ ਨਹੀਂ ਖਾਂਦਾ ਜੀ, ਇਹ ਤਾਂ ਧਾਰਮਿਕ ਹੈ। ਇਹ ਬੰਦਾ ਲਸਣ ਨਹੀਂ ਖਾਂਦਾ, ਇਹ ਤਾਂ ਧਾਰਮਿਕ ਹੈ। ਜਿੱਦਾਂ ਸਾਡੇ ਦੇਸ਼ ਦੇ ਲੋਕ 9 ਦਿਨ ਪਿਆਜ਼ ਛੱਡ ਕੇ ਤੇ ਮੀਟ ਮਸਾਲਾ ਛੱਡ ਕੇ ਤੇ ਕਹਿੰਦੇ ਅਸੀਂ ਧਾਰਮਿਕ ਹੋ ਗਏ ਹਾਂ। ਮਤਲਬ ਉਹਨੂੰ ਵੀ ਧਰਮ ਦੇ ਨਾਲ ਜੋੜ ਦਿੱਤਾ ਵੀ ਆਹ ਪਰਹੇਜ਼ ਕਰ ਲਓ ਤੁਸੀਂ ਧਾਰਮਿਕ, ਆਹ ਪਰਹੇਜ਼ ਨਹੀਂ ਕੀਤਾ ਤਾਂ ਤੁਸੀਂ ਧਾਰਮਿਕ ਨਹੀਂ ਜੇ। ਸੰਜਮ ਦਾ ਮਤਲਬ ਹੋ ਗਿਆ ਇਹੋ ਜਿਹੇ ਪਰਹੇਜ਼ ਕਰਨ ਵਾਲੇ, ਨਕਲੀ ਪਰਹੇਜ਼ ਜਿਨ੍ਹਾਂ ਨੂੰ ਕਿਹਾ ਜਾਂਦਾ। ਹੋਮ, ਹਵਨ ਕਰਨਾ, ਅੱਗ ਦੇ ਵਿੱਚ ਚੀਜ਼ਾਂ ਪਾ ਕੇ ਸਾੜਨੀਆਂ। ਜਗ, ਇਹ ਵੀ ਇਹਦੇ ਨਾਲ ਸੰਬੰਧਿਤ ਸ਼ਬਦ ਹੈ। ਜਪ ਤਪ ਦਾਨ ਪੁੰਨ ਬਹੁ ਤੇਰੇ। ਜਪ ਕਰਨ ਵਾਲੇ। ਜਪ ਦਾ ਮਤਲਬ ਇੱਕ ਤੇ ਹੁੰਦਾ ਹੈ ਸਮਰਨ ਕਰਨਾ, ਯਾਦ ਕਰਨਾ। ਇੱਕ ਜਪ ਦਾ ਮਤਲਬ ਹੁੰਦਾ ਹੈ ਇੱਕ ਖਾਸ ਇੱਛਾ ਮਨ ਦੇ ਵਿੱਚ ਲੈ ਕੇ, ਖਾਸ ਚੀਜ਼ ਨੂੰ ਮਨ ਦੇ ਵਿੱਚ ਧਾਰ ਕੇ ਤੇ ਵਾਰ-ਵਾਰ ਉਹਨੂੰ ਰਿਪੀਟ ਕਰਨਾ ਹੁੰਦਾ ਹੈ ਵੀ ਮੈਂ ਇਹਨੂੰ ਪੜਾਂਗਾ ਤੇ ਆਹ ਸ਼ਕਤੀ ਮੇਰੇ ਵੱਸ ਦੇ ਵਿੱਚ ਆ ਜਾਵੇ। ਉਹਨੂੰ ਕਹਿੰਦੇ ਨੇ ਖਾਸ ਜਪ ਕਰਨਾ। ਜਪ ਤੇ ਗੁਰਮਤਿ ਦੇ ਵਿੱਚ ਮੰਨਿਆ ਗਿਆ ਹੈ ਵੀ ਕਰਨਾ ਹੈ, ਪਰ ਉਹ ਜਪ ਕਿਸੇ ਨੂੰ ਆਪਣੇ ਵੱਸ ਦੇ ਵਿੱਚ ਕਰਨ ਦੇ ਲਈ ਨਹੀਂ ਕੀਤਾ ਜਾਂਦਾ। ਜਿੱਦਾਂ ਤੁਸੀਂ ਕਿਤੇ ਸੁਣੀ ਹੋਵੇਗੀ ਇਹ ਗੱਲ ਵੀ ਜੀ ਫਲਾਣੇ ਨੇ ਆਹ ਸ਼ਕਤੀਆਂ ਆਪਣੇ ਵੱਸ ਦੇ ਵਿੱਚ ਕੀਤੀਆਂ ਹੋਈਆਂ ਨੇ। ਤੇ ਕੀਤੀਆਂ ਕਿਵੇਂ ਨੇ ਜੀ? ਜਪ ਕਰਕੇ, ਤਪ ਕਰਕੇ, ਇਹ ਸਾਰਾ ਕੁਝ ਕਰਨਾ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹੋ ਜਿਹੇ ਜਪ ਕਰਨ ਵਾਲੇ, ਤਪ ਕਰਨ ਵਾਲੇ, ਅੱਗੇ ਦਾਨੀ ਫੇਰ ਆ ਗਿਆ, ਦਾਨ ਕਰਨ ਵਾਲੇ, ਪੁੰਨ ਕਰਨ ਵਾਲੇ ਬਹੁਤ ਤੇਰੇ, ਬਥੇਰੇ ਲੋਕ ਨੇ ਇਹੋ ਜਿਹੇ, ਥੋੜੇ ਨਹੀਂ ਨੇ।
ਇਹਨਾਂ ਦੀ ਗਿਣਤੀ ਦਾ ਕੋਈ ਘਾਟਾ ਨਹੀਂ ਹੈ। ਫਿਰ ਇਹਨਾਂ ਤੋਂ ਥੋੜੇ ਜੇ ਅੱਗੇ ਚਲੇ ਜਾਣ ਵਾਲੇ, ਰਿੱਧ ਸਿੱਧ ਨਿੱਧ ਪਾਖੰਡ ਬਹੁ ਤੰਤਰ ਮੰਤਰ ਨਾਟਕ ਅਗਲੇਰੇ, ਜਿਹੜੇ ਆਮ ਲੋਕਾਂ ਤੋਂ ਅੱਗੇ ਨਿਕਲ ਗਏ। ਆਮ ਤੇ ਹੁੰਦੇ ਨੇ ਨਾ ਵੀ ਅਸੀਂ ਦਾਨੀ ਆ ਜੀ, ਥੋੜੀਆਂ ਬਹੁਤੀਆਂ ਚੀਜ਼ਾਂ ਦਾਨ ਕਰ ਦਿੱਤੀਆਂ। ਜਿਹੜੇ ਇਹਨਾਂ ਤੋਂ ਅੱਗੇ ਹੁੰਦੇ ਨੇ ਨਾ, ਉਹ ਰਿੱਧੀਆਂ ਸਿੱਧੀਆਂ ਦੇ ਇੱਛਾ ਦੇ ਵਿੱਚ ਜੀਂਦੇ ਨੇ, ਉਹਨਾਂ ਨੂੰ ਰਿੱਧੀ ਸਿੱਧੀ ਦੀ ਇੱਛਾ ਹੁੰਦੀ ਹੈ। ਮਹਾਰਾਜ ਕਹਿੰਦੇ ਨੇ, ਇੱਕ ਬਚਨ ਹੈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਹਜ਼ੂਰ ਕਹਿੰਦੇ ਨੇ, ਆਸਣ ਸਿੱਧ ਸਿੱਖੈ ਬਹੁ ਤੇਰੇ, ਮਨ ਮੰਗੈ ਰਿੱਧ ਸਿੱਧ ਚੇਟਕ ਚੇਟ ਕਈਆ। ਸਿੱਧ ਆਸਣ ਸਿੱਖਦੇ ਨੇ, ਔਰ ਇਹ ਕੋਈ ਸੌਖੀ ਖੇਡ ਨਹੀਂ ਹੈ। ਬੜਾ ਕਸ਼ਟ ਹੈ ਜ਼ਿੰਦਗੀ ਦੇ ਵਿੱਚ ਜੇ ਇਸ ਪਾਸੇ ਦੀ ਪ੍ਰੈਕਟਿਸ ਕਰ ਲਵੇ ਬੰਦਾ, ਤੇ ਬੜਾ ਔਖਾ ਕੰਮ ਹੈ। ਆਸਣ ਕਰਨੇ ਸੌਖਾ ਕੰਮ ਨਹੀਂ ਹੈ। ਪਰ ਆਸਣ ਕਰਦੇ ਕਿਉਂ ਨੇ? ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਇਸ ਕਰਕੇ ਕਰਦੇ ਨੇ, ਆਸਣ ਸਿੱਧ ਸਿੱਖੈ ਬਹੁ ਤੇਰੇ, ਮਨ ਮੰਗੈ ਰਿੱਧ ਸਿੱਧ ਚੇਟਕ ਚੇਟ ਕਈਆ। ਮਨ ਦੇ ਵਿੱਚ ਉਹ ਇਸ ਗੱਲ ਨੂੰ ਮੰਗਦੇ ਨੇ ਵੀ ਆ ਆਸਣ ਕਰਾਂਗੇ ਤੇ ਸਾਨੂੰ ਰਿੱਧੀਆਂ ਸਿੱਧੀਆਂ ਹਾਸਲ ਹੋ ਜਾਣਗੀਆਂ, ਤੇ ਜੇ ਹਾਸਲ ਹੋ ਗਈਆਂ ਤੇ ਲੋਕੀ ਸਾਡਾ ਡਰ ਆਪਣੇ ਮਨ ਦੇ ਵਿੱਚ ਰੱਖਣਗੇ। ਮਨ ਦੇ ਵਿੱਚ ਇੱਛਾ ਰੱਬ ਨਹੀਂ ਹੈ, ਮਨ ਦੇ ਵਿੱਚ ਇੱਛਾ ਹੈ ਵੀ ਲੋਕ ਜਿਹੜਾ ਨਾ ਉਹ ਸਾਡਾ ਭੈ ਮੰਨਣਗੇ। ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚ ਅਸੀਂ ਇਸ ਗਾਥਾ ਨੂੰ ਵਿਚਾਰ ਆਏ ਹਾਂ। ਰਿੱਧ ਸਿੱਧ ਨਿੱਧ ਪਾਖੰਡ ਬਹੁ, ਪਾਖੰਡ ਦਾ ਮਤਲਬ ਹੁੰਦਾ ਹੈ ਵਿਖਾਵੇ ਦੇ ਕਰਮ, ਜਿਨ੍ਹਾਂ ਨੂੰ ਕਰਕੇ ਉਹ ਰਾਜੀ ਨਹੀਂ ਹੈ, ਪਰ ਲੋਕ ਲਾਜ ਦੇ ਵਿੱਚ ਉਹਨੂੰ ਕਰਨਾ ਪੈਂਦਾ ਹੈ। ਜਿੱਦਾਂ ਹਸਪਤਾਲ ਦੇ ਵਿੱਚ ਗਏ ਤੇ ਤੁਸੀਂ ਫੋਟੋਆਂ ਵੇਖੀਆਂ ਹੋਣਗੀਆਂ ਨਾ, ਮਰੀਜ਼ ਇੱਕ ਤੇ ਇੱਕ ਹੀ ਉਹਨੂੰ ਫਰੂਟ ਜਿਹੜਾ ਦੇਣਾ, ਚਾਹੇ ਸੇਬ ਫੜਾ ਰਹੇ ਤੇ ਚਾਹੇ ਕੇਲਾ ਫੜਾ ਰਹੇ, ਤੇ ਫੋਟੋ 7 ਜਾਣੇ ਲਵਾ ਰਹੇ ਨੇ। ਕੰਬਲ ਇੱਕ ਵੰਡਿਆ ਜਾ ਰਿਹਾ ਤੇ 8 ਜਾਣੇ ਉਹਦੇ ਦੁਆਲੇ ਹੋ ਕੇ ਫੋਟੋਆਂ ਲਵਾ ਰਹੇ ਨੇ। ਇਹ ਕੀ ਹੁੰਦਾ? ਦਿਖਾਵੇ ਦੇ ਕਰਮ ਕਰਨੇ। ਵੰਡਣ ਵਾਲੇ ਬੁਰੇ ਨਹੀਂ ਨੇ, ਪਰ ਇਹੋ ਜਿਹੇ ਵਿਖਾਵੇ ਦੇ ਕਰਮ ਕਰਨੇ ਵੀ ਹਰ ਥਾਂ ਦੇ ਉੱਤੇ ਫੋਟੋ, ਹਰ ਥਾਂ ਦੇ ਉੱਤੇ ਆਪਣੇ ਦਾਨ ਦੀ ਮਸ਼ਹੂਰੀ ਕਰਦੇ ਫਿਰਨਾ। ਇਹੋ ਜਿਹੇ ਪਖੰਡ ਕਰਨ ਵਾਲੇ ਧਾਰਮਿਕ ਲੋਕ ਵੀ ਬੜੇ। ਉਹ ਜਿੱਦਾਂ ਮੰਨ ਲਓ ਅੱਖਾਂ ਦੇ ਵਿੱਚ ਕੋਈ ਇਹੋ ਜਿਹਾ ਕੈਮੀਕਲ ਪਾ ਲੈਣਾ, ਦਾਰੂ ਪਾ ਲੈਣਾ ਵੀ ਜਿਹਦੇ ਨਾਲ ਅੱਖਾਂ ਦੇ ਵਿੱਚੋਂ ਪਾਣੀ ਚੋਂਦਾ ਰਹੇ, ਤੇ ਵੇਖਣ ਵਾਲੇ ਨੂੰ ਲੱਗਣਾ ਵੀ ਇਹ ਤਾਂ ਜਦੋਂ ਗੱਲ ਕਰਦਾ ਤੇ ਵੈਰਾਗ ਦੇ ਵਿੱਚ ਹੀ ਬੜਾ ਰਹਿੰਦਾ, ਇਹਦੀਆਂ ਤਾਂ ਅੱਖਾਂ ਦੇ ਵਿੱਚੋਂ ਪਾਣੀ ਚੋਣੋਂ ਨਹੀਂ ਹਟਦਾ। ਲੋਕੀ ਇੰਪ੍ਰੈਸ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਤੋਂ। ਔਰ ਬਹੁਤੇ ਵਾਰ ਇੱਦਾਂ ਵੀ ਹੁੰਦਾ ਵੀ ਉਹਨਾਂ ਨੇ ਆਪਣੇ ਜਿਹੜਾ ਕਮਰਾ ਹੁੰਦਾ ਜਿੱਥੇ ਬੈਠ ਕੇ ਉਹ ਪੁੱਛਾਂ ਦਿੰਦੇ ਨੇ, ਲੋਕਾਂ ਨੂੰ ਮੱਤਾਂ ਦਿੰਦੇ ਨੇ ਆਪਣੇ ਵੱਲੋਂ, ਉਹਨਾਂ ਨੇ ਜਿਹੜੀ ਧੂਫ ਧੁਖਾਈ ਹੁੰਦੀ ਹੈ ਜਾਂ ਹੋਰ ਜਿਹੜੇ ਛਿੜਕਾਅ ਕੀਤੇ ਹੁੰਦੇ ਨੇ, ਉਹ ਹੁੰਦੇ ਹੀ ਇੱਦਾਂ ਦੇ ਨੇ ਵੀ ਜਿਹੜਾ ਬੰਦਾ ਅੰਦਰ ਜਾਂਦਾ ਹੈ ਉਹ ਘੱਟੋ ਘੱਟ ਉਹਨਾਂ ਚੀਜ਼ਾਂ ਦੇ ਵਿੱਚ ਖਿੱਚਿਆ ਜ਼ਰੂਰ ਜਾਂਦਾ ਹੈ। ਉਹ ਐਵੇਂ ਨਹੀਂ ਹੁੰਦੇ, ਉਹ ਬੜੇ ਤਰੀਕੇ ਦੇ ਨਾਲ ਤਿਆਰ ਕਰਕੇ ਬੈਠੇ ਹੁੰਦੇ ਨੇ ਵੀ ਜਿਹੜਾ ਬੰਦਾ ਜਾ ਰਿਹਾ ਉਹਦਾ ਮਾਈਂਡ ਕਿੱਦਾਂ ਗ੍ਰੈਬ ਕਰਨਾ ਹੈ। ਪੜ੍ਹੇ ਲਿਖੇ ਲੋਕ ਵੀ ਜਾ ਕੇ ਉੱਦਾਂ ਹੀ ਬੈਠ ਜਾਂਦੇ ਨੇ ਉਹਨਾਂ ਦੇ ਕੋਲ। ਉਹਨਾਂ ਦਾ ਕੀ ਰੀਜ਼ਨ ਹੈ? ਕਿਉਂਕਿ ਮਾਈਂਡ ਨੂੰ ਗ੍ਰੈਬ ਕਰਦੇ ਨੇ ਉਹ ਪਹਿਲਾਂ। ਹਿਪਨੋਟਿਜ਼ਮ ਸਾਰਾ ਇੱਥੋਂ ਸ਼ੁਰੂ ਹੁੰਦਾ ਹੈ। ਧਾਰਮਿਕ ਲੋਕ ਵੀ ਉਹਨੂੰ ਬਾਖੂਬੀ ਵਰਤਦੇ ਨੇ, ਬਾਹਰ ਦੀ ਦੁਨੀਆ ਵੀ ਵਰਤਦੀ ਹੈ। ਇਹੋ ਜਿਹੇ ਪਾਖੰਡ ਕਰਮ ਕਰਨ ਵਾਲੇ। ਫਿਰ ਤੰਤਰ ਮੰਤਰ ਨਾਟਕ ਅਗਲੇਰੇ। ਤੰਤਰ ਦਾ ਮਤਲਬ ਹੋ ਗਿਆ ਜਿਹੜੀ ਤਾਂਤਰਿਕ ਵਿਦਿਆ ਹੁੰਦੀ ਹੈ, ਜਿਨ੍ਹਾਂ ਦੇ ਬਾਰੇ ਇਹ ਗੱਲ ਕੀਤੀ ਜਾਂਦੀ ਹੈ ਜੀ ਇਹਨਾਂ ਨੇ ਸ਼ਕਤੀਆਂ ਵਸ ਦੇ ਵਿੱਚ ਕੀਤੀਆਂ ਨੇ। ਇਹਨਾਂ ਨੂੰ ਫਿਰ ਇਹ ਲੋਕਾਂ ਨੂੰ ਫਿਰ ਟੂਣੇ ਕਰਾਉਣ ਵਾਲੇ ਪਾਸੇ ਲਾ ਦਿੰਦੇ ਨੇ। ਇਹ ਅਜੇ ਬਾਹਰ ਦਿਆਂ ਦੀ ਗੱਲ ਚੱਲਦੀ ਪਈ ਹੈ, ਗੁਰਮਤ ਦੀ ਗੱਲ ਨਹੀਂ ਚੱਲਦੀ ਪਈ। ਇਹ ਲੋਕ ਇੱਦਾਂ ਕਰਦੇ ਨੇ ਵੀ ਇਹ ਤੁਸੀਂ ਵੇਖੋ, ਮੈਂ ਅਕਸਰ ਬੇਨਤੀ ਕਰਦਾ ਹੁੰਦਾ ਵੀ ਨਹਿਰਾਂ ਦੇ ਉੱਤੇ ਤੁਸੀਂ ਸਵੇਰੇ ਸਵੇਰ ਜਾ ਕੇ ਵੇਖਿਓ, ਜਿੱਥੇ ਵਗਦਾ ਪਾਣੀ, ਤੁਹਾਡੇ ਸ਼ਹਿਰ ਦੇ ਲੋਕ ਕੀ ਕੀ ਕਰਦੇ ਨੇ ਸਵੇਰੇ ਸਵੇਰ ਜਾ ਕੇ ਉੱਥੇ। ਫਿਰ ਕੀ ਕਰਦੇ ਨੇ ਵੀ ਚੌਂਕ ਦੇ ਵਿੱਚ ਕਿਤੇ ਕੋਈ ਕੰਮ ਕਰ ਦੇਣਾ। ਇਹੋ ਜਿਹੇ ਕਿੰਨੇ ਲੋਕ ਨੇ। ਸਿਰਫ ਇੱਥੋਂ ਦੀ ਗੱਲ ਨਹੀਂ, ਹਿੰਦੁਸਤਾਨ ਸਾਰੇ ਦਾ ਹੀ ਇਸ ਪਾਸੇ ਤੋਂ ਬੁਰਾ ਹਾਲ ਹੋਇਆ ਪਿਆ। ਤੰਤਰ ਮੰਤਰ, ਇੱਕ ਖਾਸ ਮੰਤਰ ਦਾ ਉਚਾਰਨ ਕਰਨਾ ਕਿਸੇ ਤਾਕਤ ਨੂੰ ਆਪਣੇ ਅੰਦਰ ਲੈ ਕੇ ਆਉਣ ਦੇ ਲਈ। ਲੋਕ ਬੜਾ ਕੁਝ ਇੱਦਾਂ ਦਾ ਕਰਦੇ ਨੇ। ਨਾਟਕ ਅਗਲੇਰੇ, ਨਾਟਕ ਦਾ ਮਤਲਬ ਡਰਾਮੇਬਾਜ਼ੀ। ਇਹੋ ਜਿਹੇ ਬੜੇ ਨਾਟਕ ਕਰਨ ਵਾਲੇ। ਵੀਰਾ ਰਾਧਣ, 52 ਵੀਰ ਹਿੰਦੁਸਤਾਨ ਦੇ ਵਿੱਚ ਇੱਕ ਗਿਣਤੀ ਹੈ। ਤਾਕਤ ਮਤਲਬ ਵੀਰ ਦਾ ਮਤਲਬ ਹੁੰਦਾ ਹੈ ਯੋਧਾ। ਜਿਹਨੂੰ ਅਰਾਧਿਆ ਜਾਂਦਾ ਹੈ ਉਹਦੇ ਵਰਗਾ ਬੰਦਾ ਹੋ ਜਾਂਦਾ ਹੈ। ਇਸ ਕਰਕੇ ਮੰਨਿਆ ਜਾਂਦਾ ਵੀ ਇਹ ਜਿਹੜੇ 52 ਜਿਹੜੇ ਵੀਰ ਨੇ ਨਾ, ਯੋਧੇ ਨੇ, ਇਹਨਾਂ ਦੀ ਅਰਾਧਨਾ ਕੀਤੀ ਜਾਂਦੀ ਹੈ। ਜੋਗਣੀ, ਜੋਗਣੀ ਦਾ ਵੈਸੇ ਅਰਥ ਜਿਹੜਾ ਭਾਈ ਕਾਨ੍ਹ ਸਿੰਘ ਨਾਭਾ ਹੋਣਾ ਨੇ ਕੀਤਾ ਹੈ ਉਹ ਇਸਤਰੀ ਦੇ ਲਈ ਕੀਤਾ ਹੈ, ਤੇ ਖਾਸ ਕਰਕੇ ਉਸ ਇਸਤਰੀ ਦੇ ਲਈ ਜਿਹੜੀ ਜਾਦੂ ਟੂਣਿਆਂ ਦੇ ਵਿੱਚ ਯਕੀਨ ਰੱਖਦੀ ਹੈ। ਇਹ ਕੰਮ ਇਕੱਲਾ ਬੰਦਿਆਂ ਦੇ ਕੋਲ ਤੇ ਨਹੀਂ ਨਾ ਹੈਗਾ, ਕਈ ਤੇ ਸਪੈਸ਼ਲ ਬੀਬੀਆਂ ਵੀ ਬਾਬੇ ਬਣੀਆਂ ਪਈਆਂ ਨੇ ਨਾ, ਉਹ ਤੁਸੀਂ ਉਹਨਾਂ ਦੇ ਕੋਲ ਵੇਖੋ। ਔਰ ਉਹਨਾਂ ਦੀ ਵੀ ਗਿਣਤੀ ਘੱਟ ਨਹੀਂ। ਉਹਨਾਂ ਨੇ ਫਿਰ ਹਫ਼ਤੇ 'ਚ ਇੱਕ ਦਿਨ ਰੱਖਿਆ ਵੀ ਇਸ ਦਿਨ ਅਸੀਂ ਪੁੱਛਣਾ ਦੇਣੀ ਆ। ਬੀਬੀਆਂ ਦਾ ਵੀ ਘਾਟਾ ਨਹੀਂ ਇਸ ਕੰਮ ਦੇ ਵਿੱਚ।
ਜੋਗਣਾ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋਗਣੀ। ਮੜੀ ਮਸਾਣ, ਮੜੀ ਦਾ ਮਤਲਬ ਜਿੱਥੇ ਸ਼ਮਸ਼ਾਨ ਘਾਟ ਹੈ, ਮਸਾਣ ਵੀ ਉਹੀ ਹੈ ਜਿੱਥੇ ਮੁਰਦਿਆਂ ਦੇ ਸੌਣ ਦੀ ਜਗ੍ਹਾ ਹੈ, ਮਤਲਬ ਸ਼ਮਸ਼ਾਨ ਘਾਟ। ਕਈ ਇੱਦਾਂ ਦੇ ਵੀ ਹੈਗੇ ਨੇ ਜਿਹੜੇ ਮਸਾਣਾਂ ਦੇ ਵਿੱਚ ਜਾ ਕੇ ਤੇ ਮੰਤਰ ਪੜ੍ਹਦੇ ਨੇ। ਉਹ ਕਿਉਂ ਪੜ੍ਹਦੇ ਨੇ? ਸਿਰਫ ਇਸ ਕਰਕੇ ਕਿ ਉਹਨਾਂ ਨੂੰ ਇੱਕ ਪੜ੍ਹਾਈ ਇਸ ਪਾਸੇ ਦੀ ਸਮਝਾ ਦਿੱਤੀ ਗਈ ਹੈ ਵੀ ਭਾਈ ਜਿਹੜੇ ਚੜ੍ਹਾਈ ਕਰ ਜਾਂਦੇ ਨੇ ਨਾ, ਉਹਨਾਂ ਦੀਆਂ ਜਿਹੜੀਆਂ ਆਤਮਾਵਾਂ ਨੇ ਉਹ ਭਟਕਦੀਆਂ ਫਿਰਦੀਆਂ ਨੇ, ਤੇ ਮੰਤਰ ਪੜ੍ਹ ਕੇ ਉਹਨਾਂ ਨੂੰ ਵਸ ਦੇ ਵਿੱਚ ਕਰ ਲਿਆ ਜਾਂਦਾ, ਤੇ ਉਹ ਫਿਰ ਆਤਮਾਵਾਂ ਕਿਸੇ ਦੂਸਰੇ ਦਾ ਬੁਰਾ ਤੇ ਕਿਸੇ ਦੂਸਰੇ ਦਾ ਭਲਾ ਕਰ ਸਕਦੀਆਂ ਨੇ, ਪਰ ਉਹ ਤੁਹਾਡੇ ਅਧੀਨ ਆ ਸਕਦੀਆਂ ਨੇ। ਸਾਡੇ ਦੇਸ਼ ਦੇ ਵਿੱਚ ਤੇ ਮਤਲਬ ਰੋਜ਼ ਹੀ ਇੱਕ ਅੱਧੇ ਦੇ ਵਿੱਚ ਬਾਬਾ ਬੋਲਿਆ ਹੁੰਦਾ ਨਾ, ਇੱਕ ਅੱਧੇ ਦੇ ਵਿੱਚ ਕੋਈ ਨਾ ਕੋਈ ਆ ਕੇ ਬੋਲਦਾ ਹੀ ਪਿਆ ਹੁੰਦਾ। ਇਹ ਹਾਲਾਤ ਨੇ। ਮੜੀ ਮਸਾਣ ਵਿਡਾਣ ਕਨੇਰੇ, ਇਹੋ ਜਿਹੇ ਕੰਮਾਂ ਦੇ ਵਿੱਚ ਬੜੇ ਲੋਕ ਲੱਗੇ ਹੋਏ ਨੇ, ਘਣੇ ਲੋਕ ਲੱਗੇ ਹੋਏ ਨੇ। ਪੂਰਕ ਕੁੰਭਕ ਰੇਚਕਾ, ਇਹ ਹੁਣ ਆਸਣਾਂ ਵਾਲੇ ਆ ਗਏ। ਜਦੋਂ ਸਾਡੇ ਦੇਸ਼ ਨੂੰ ਚੰਗੇ ਭਲੇ ਸ਼ਾਸਤਰਾਂ ਤੋਂ ਹਟਾ ਕੇ ਤੇ ਫਿਰ ਉਸ ਪਾਸੇ ਲਾਈ ਜਾਂਦੇ ਨੇ ਵੀ ਤੁਸੀਂ ਜਿਹੜਾ ਨਾ ਯੋਗ ਕਰਨਾ ਹੈ, ਸਰੀਰ ਠੀਕ ਹੈ, ਸਰੀਰ ਦੀ ਤੰਦਰੁਸਤੀ ਦੇ ਲਈ ਕਰੋ, ਆਸਣ ਕਰੋ, ਕੋਈ ਪ੍ਰੋਬਲਮ ਨਹੀਂ। ਪਰ ਜੇ ਮੰਨਦੇ ਹਾਂ ਵੀ ਇਹਦੇ ਨਾਲ ਰੱਬ ਮਿਲ ਜਾਂਦਾ ਹੈ, ਤੇ ਇਹ ਸਭ ਤੋਂ ਵੱਡਾ ਵਹਿਮ ਹੈ। ਪੂਰਕ ਦਾ ਮਤਲਬ ਹੁੰਦਾ ਹੈ ਸਰੀਰ ਦੇ ਸਾਹ ਖਿੱਚਣੇ। ਉਹ 3 ਕੰਮ ਕਰਦੇ ਨੇ। ਪਹਿਲਾਂ ਸਾਹ ਖਿੱਚਦੇ ਨੇ, ਫਿਰ ਸਾਹ ਨੂੰ ਟਿਕਾਉਂਦੇ ਨੇ ਅੰਦਰ, ਤੇ ਫਿਰ ਉਹਨੂੰ ਬਾਹਰ ਕੱਢ ਦਿੰਦੇ ਨੇ। ਇਹਨੂੰ ਕਿਹਾ ਜਾਂਦਾ ਹੈ ਪੂਰਕ ਕੁੰਭਕ ਤੇ ਰੇਚਕ। ਇਹ ਜੋਗੀਆਂ ਦੀ ਕਿਰਿਆ ਹੈ। ਪੂਰਕ ਕੁੰਭਕ ਰੇਚਕਾ, ਨਿਵਲੀ ਕਰਮ, ਨਿਉਲੀ ਕਰਮ, ਭੁਯੰਗਮ ਘੇਰੇ, ਇਹ ਵੀ ਜੋਗੀਆਂ ਦੇ ਕਰਮ ਨੇ। ਜਿਸ ਤਰੀਕੇ ਦੇ ਨਾਲ ਭੁਯੰਗਮ ਦਾ ਵੈਸੇ ਅਰਥ ਹੁੰਦਾ ਹੈ ਸੱਪ, ਨਾੜੀਆਂ ਨੂੰ ਖਾਸ ਤਰੀਕੇ ਦੇ ਨਾਲ ਉਹ ਜੋੜਦੇ ਨੇ। ਤੁਸੀਂ ਵੀ ਕਿਤੇ ਟੀਵੀ ਤੇ ਵੇਖੋਗੇ ਉਹ ਕਿਹੜੇ ਪਾਸੇ ਲੱਗੇ ਹੁੰਦੇ ਵੀ ਇੱਥੇ ਨੱਕ ਦੇ ਉੱਤੇ, ਨਾਸਾਂ ਦੇ ਉੱਤੇ ਇੱਦਾਂ ਉਂਗਲ ਰੱਖੋ, ਫਿਰ ਸਾਹ ਖਿੱਚੋ, ਫਿਰ ਛੱਡੋ, ਫਿਰ ਤੁਸੀਂ ਆਸਣ ਨੂੰ ਇੱਦਾਂ ਬੈਠਣਾ। ਆਸਣ ਨੂੰ ਕਰਨ ਦੇ ਤਰੀਕੇ ਨੇ ਨਾ, ਕਿੰਨੇ ਲੋਕ ਲੱਗੇ ਹੋਏ ਨੇ ਇਸ ਪਾਸੇ ਦੇਸ਼ ਦੇ। ਮੈਂ ਫਿਰ ਕਹਿ ਦੇਵਾਂ, ਸਰੀਰਕ ਤੰਦਰੁਸਤੀ ਦੇ ਰਿਹਾ ਹੈ ਤੇ ਕੋਈ ਦਿੱਕਤ ਨਹੀਂ ਹੈ, ਪਰ ਜੇ ਇਸ ਪਾਸੇ ਦਾ ਖਿਆਲ ਹੈ ਵੀ ਇਹਦਾ ਰੱਬ ਨਾਲ ਕੋਈ ਸੰਬੰਧ ਹੈ, ਕੋਈ ਸੰਬੰਧ ਨਹੀਂ ਹੈ ਰੱਬ ਦੇ ਨਾਲ। ਇਹਦਾ ਰੱਬ ਦੇ ਨਾਲ ਸੰਬੰਧ ਨਹੀਂ ਹੈ। ਇਹਦਾ ਫਿਜ਼ੀਕਲੀ ਇਫੈਕਟ ਹੋ ਸਕਦਾ ਹੈ ਬਾਡੀ ਦੇ ਉੱਤੇ, ਪਰ ਸਾਨੂੰ ਮਹਾਰਾਜ ਨੇ ਕੀ ਕੀਤਾ? ਸਾਨੂੰ ਮਹਾਰਾਜ ਨੇ ਗਤਕਾ ਦਿੱਤਾ ਹੈ। ਰੱਬ ਨਾ ਕਰੇ ਬਾਹਰ ਜਾਂਦਿਆਂ ਕਿਸੇ ਨਾਲ ਲੜਾਈ ਹੋ ਗਈ ਤਾਂ ਉਹਨੂੰ ਯੋਗ ਕਰਕੇ ਥੋੜ੍ਹਾ ਵਿਖਾਵਾਂਗੇ ਵੀ ਮੈਨੂੰ ਯੋਗ ਦੇ ਆਸਣ ਆਉਂਦੇ ਨੇ। ਉਹਨੂੰ ਕਿਰਪਾਨ ਹੀ ਦਿਖਾਉਣੀ ਪੈਣੀ ਹੈ, ਉਹਨੂੰ ਹੱਥ ਹੀ ਚਲਾਉਣਾ ਪੈਣਾ। ਉੱਥੇ ਯੋਗ ਨਹੀਂ ਕੰਮ ਆਵੇਗਾ, ਉੱਥੇ ਗਤਕਾ ਹੀ ਕੰਮ ਆਉਂਦਾ। ਇਸ ਕਰਕੇ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਮੁਬਾਰਕ, ਸਾਡੇ ਲਈ ਗਤਕਾ। ਤੇ ਇਹ ਵੀ ਆਪ ਜੀ ਦੇ ਅੱਗੇ ਰੱਖ ਦੇਵਾਂ, 2 ਤਰੀਕ ਤੋਂ ਗੁਰਦੁਆਰਾ ਸਾਹਿਬ ਵਿਖੇ ਗਤਕੇ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇ। ਮਹਾਰਾਜ ਸਬਰ ਵੀ ਦੇਵੇ ਪਰ ਹੱਥਾਂ ਦੇ ਵਿੱਚ ਤਾਕਤ ਵੀ ਦੇਵੇ। ਆਪਣੇ ਬੱਚਿਆਂ ਨੂੰ ਜ਼ਰੂਰ ਭੇਜਿਓ ਤਾਂ ਕਿ ਸੈਲਫ ਡਿਫੈਂਸ ਲਈ ਇਹ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ। ਚਲੋ ਇਹ ਗੱਲ ਦੇ ਵਿੱਚੋਂ ਗੱਲ ਆ ਗਈ। ਨਿਵਲੀ ਕਰਮ ਭੁਯੰਗਮ ਘੇਰੇ, ਇਹੋ ਜਿਹੇ ਕਰਮਾਂ ਦੇ ਵਿੱਚ ਬੜੇ ਲੋਕ ਘਿਰੇ ਹੋਏ ਨੇ। ਫਿਰ ਅਗਲੀ ਗੱਲ, ਸਿੱਧ ਆਸਣ ਪਰਚੇ ਕਣੇ। ਸਿੱਧ ਆਸਣ, ਸਿੱਧਾਂ ਦੇ ਆਸਣ। ਆਸਣ ਦਾ ਮਤਲਬ ਹੁੰਦਾ ਹੈ ਬੈਠਣ ਦਾ ਤਰੀਕਾ। ਜਿੱਦਾਂ ਹੁਣ ਤੁਸੀਂ ਬੈਠੇ ਹੋ, ਇਹ ਵੀ ਇੱਕ ਆਸਣ ਹੈ। ਪੰਛੀਆਂ ਦੇ ਬੈਠਣ ਤੋਂ, ਪੰਛੀਆਂ ਦੇ ਤੁਰਨ ਤੋਂ ਸਿੱਧਾਂ ਨੇ ਆਪਣੇ 84 ਆਸਣ ਤਿਆਰ ਕੀਤੇ ਨੇ। ਉਹ ਵੇਖੋ ਕਿੱਦਾਂ ਉਲਟੇ ਸਿੱਧੇ ਹੁੰਦੇ ਰਹਿੰਦੇ ਨੇ। ਸਾਡੇ ਲਈ ਇਹੋ ਜਿਹਾ ਕੋਈ ਵੀ ਵਿਧਾਨ ਨਹੀਂ ਹੈ। ਮੈਂ ਇਸ ਕਰਕੇ ਬੇਨਤੀ ਕਰਦਾ ਪਿਆ ਹਾਂ, ਪਰਚੇ ਘਣੇ। ਪਰ ਜਿਨ੍ਹਾਂ ਨੂੰ ਸਿੱਧ ਆਸਣ ਚੰਗੇ ਲੱਗਦੇ ਨੇ, ਵੇਖੋ ਕਿੰਨੇ ਪਰਚੇ ਪਏ ਨੇ। ਇੱਕ ਲੱਤ ਤੇ ਖੜੇ ਹੋ ਕੇ ਭਗਤੀ ਕਰਨੀ ਹੈ, ਲੱਤ ਕੋਈ ਕਿੱਧਰ ਨੂੰ ਘੁਮਾ ਰਿਹਾ ਹੈ, ਉਹਨਾਂ ਨੂੰ ਮੁਬਾਰਕ ਹੈ, ਉਹ ਕਰਦੇ ਰਹਿਣ। ਸਾਡੇ ਲਈ ਕੀ ਹੈ? ਸਿੱਧ ਆਸਣ ਪਰਚੇ ਘਣੇ, ਹੱਠ ਨਿਗਰਹਿ, ਬੜੇ ਹੱਠ ਦੇ ਨਾਲ ਇਹੋ ਜਿਹਾ ਕੰਮ ਕਰਨਾ, ਜਿੱਦ ਦੇ ਨਾਲ ਇਹੋ ਜਿਹਾ ਕੰਮ ਕਰਨਾ। ਨਿਗ੍ਰਹਿ ਦਾ ਮਤਲਬ ਹੁੰਦਾ ਹੈ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਉਣਾ, ਸੰਜਮ ਰੱਖਣਾ। ਹੱਠ ਨਿਗ੍ਰਹਿ ਕੌਤਕ ਲੱਖ ਹੇਰੇ, ਲੱਖਾਂ ਹੀ ਇਹੋ ਜਿਹੇ ਕੌਤਕ ਕਰਨ ਵਾਲੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਸੀਂ ਵੇਖੇ ਨੇ। ਔਰ ਉਦੋਂ ਤੇ ਹੋਰ ਵੀ ਇਦਾਂ ਦੇ ਹੁੰਦੇ ਹੋਣਗੇ ਨਾ, ਕੋਈ ਕਿਸੇ ਆਸਣ ਲਾ ਕੇ ਬੈਠਾ, ਕੋਈ ਕੁਝ ਕਸ਼ਟ ਕਰਦਾ ਪਿਆ ਹੈ। ਪਾਰਸ ਮਣੀ ਰਸਾਇਣਾ ਕਰਾ ਮਾਤ ਕਾਲਖ ਅਨੇਰੇ, ਤੇ ਕਈ ਇਦਾਂ ਦੇ ਨੇ ਜਿਹੜੇ ਇਸੇ ਚੀਜ਼ ਦੀ ਦੌੜ ਦੇ ਵਿੱਚ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਸ ਸਾਡੇ ਹੱਥ ਦੇ ਵਿੱਚ ਆ ਜਾਵੇ। ਪਾਰਸ ਉਹ ਪੱਥਰ ਜਿਹਨੂੰ ਮੰਨਿਆ ਜਾਂਦਾ ਵੀ ਇਹਦੇ ਨਾਲ ਅੱਤ ਧਾਤਾਂ ਜਿਹੜੀਆਂ ਨੇ ਉਹ ਟੱਚ ਕਰੀਏ ਤੇ ਸੋਨਾ ਬਣ ਜਾਂਦੀਆਂ ਨੇ। ਮੈਂ ਥੋੜ੍ਹੇ ਦਿਨ ਪਹਿਲਾਂ ਵੀ ਆਪ ਜੀ ਦੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ। ਸੇਵਾਪੰਥੀ ਸੰਤਾਂ ਦੇ ਕੋਲ ਇੱਕ ਸਾਧੂ ਆਇਆ ਸੀ ਤੇ ਉਹਦੇ ਕੋਲ ਨਾ ਇੱਕ ਫਾਰਮੂਲਾ ਸੀ। ਉਹ ਫਾਰਮੂਲਾ ਇਹ ਸੀ ਵੀ ਇੱਕ ਖਾਸ ਚੀਜ਼ ਦੇ ਉੱਤੇ ਥੋੜ੍ਹਾ ਜਿਹਾ ਕੋਈ ਪਾਊਡਰ ਪਾਇਆ ਜਾਵੇ ਤੇ ਉਹ ਚਾਂਦੀ ਬਣ ਜਾਂਦੀ ਹੈ। ਇਹ ਫਾਰਮੂਲੇ ਉਹਨਾਂ ਦੇ ਕੋਲ ਹੁੰਦੇ ਸੀ। ਜਦੋਂ ਲੋਕਾਂ ਨੂੰ ਇੱਦਾਂ ਚਾਂਦੀ ਬਣਾ ਕੇ ਵਿਖਾ ਦੇਣੀ, ਹੋਰ ਚੀਜ਼ਾਂ ਬਣਾ ਕੇ ਵਿਖਾ ਦੇਣੀਆਂ, ਤੇ ਕਿਉਂਕਿ ਉਹ ਆਪਣੇ ਆਪ ਘਰਾਂ ਤੋਂ ਬਾਹਰ ਰਹਿੰਦੇ ਹੁੰਦੇ ਸੀ ਜੋਗੀ, ਕਿਤੇ ਸਰੀਰ ਬਿਮਾਰ ਹੋ ਗਿਆ ਤੇ ਉਹਨਾਂ ਦਾ ਇਲਾਜ ਕਿਸੇ ਡਾਕਟਰ ਨੇ ਥੋੜ੍ਹਾ ਕਰਨਾ ਸੀ, ਆਪਣਾ ਇਲਾਜ ਖੁਦ ਕਰਦੇ ਹੁੰਦੇ ਸੀ।
ਉਹ ਖੁਦ ਇਲਾਜ ਕਰਨ ਦੇ ਵਿੱਚੋਂ ਉਹਨਾਂ ਦੀ ਪ੍ਰੈਕਟਿਸ ਇੰਨੀ ਹੋ ਜਾਂਦੀ ਹੁੰਦੀ ਸੀ ਵੀ ਦਵਾਈਆਂ ਵੀ ਉਹਨਾਂ ਦੀਆਂ ਆਪਣੇ ਕੋਲ ਹੀ ਰਹਿਣੀਆਂ। ਤੇ ਰਸਤੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਜਦੋਂ ਕਿਤੇ ਉਹਨਾਂ ਨੇ ਨਿਕਲਣਾ ਤੇ ਕੋਈ ਬਿਮਾਰ ਬੰਦਾ ਦੱਸਣਾ, ਉਹਨਾਂ ਨੇ ਦਵਾਈ ਖਵਾ ਦੇਣੀ, ਬੰਦੇ ਨੇ ਠੀਕ ਹੋ ਜਾਣਾ। ਉਹਨਾਂ ਦੇ ਕੋਲੇ ਚੀਜ਼ਾਂ ਅਵੇਲੇਬਲ ਹੁੰਦੀਆਂ ਸੀ, ਇਸੇ ਕਰਕੇ ਲੋਕੀ ਜੋਗੀਆਂ ਦੀ ਦਵਾਈ ਖਾਂਦੇ ਸੀ। ਹੁਣ ਵੀ ਬਹੁਤ ਲੋਕ ਖਾਂਦੇ ਨੇ। ਉਹਦਾ ਕਾਰਨ ਹੀ ਸਭ ਤੋਂ ਵੱਡਾ ਸੀ ਵੀ ਉਹਨਾਂ ਨੂੰ ਆਪਣਾ ਇਲਾਜ ਆਪ ਕਰਨਾ ਪੈਂਦਾ ਸੀ ਤੇ ਲੋਕੀ ਉਹਨਾਂ ਦੀਆਂ ਇਹੋ ਜਿਹੀਆਂ ਤਾਕਤਾਂ ਵੇਖ ਕੇ ਬੜੇ ਖੁਸ਼ ਹੋ ਜਾਂਦੇ ਸੀ। ਭਾਈ ਗੁਰਦਾਸ ਜੀ ਕਹਿੰਦੇ ਪਾਰਸ ਮਣੀ, ਵੀ ਸੱਪ ਦੇ ਸਿਰ ਦੇ ਉੱਤੇ ਮਣੀ ਹੁੰਦੀ ਹੈ। ਬਹੁਤਿਆਂ ਦਾ ਸਵਾਲ ਹੀ ਹੈ ਵੀ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ ਖਿੱਚ ਉਸ ਪਾਸੇ ਦੀ ਹੈ, ਹੋਵੇ ਨਾ ਹੋਵੇ ਉਹ ਤਾਂ ਸੱਪ ਦੀ ਹੈ, ਸਾਡੀ ਥੋੜ੍ਹਾ ਹੈ। ਪਾਰਸ ਮਣੀ ਰਸਾਇਣ, ਰਸਾਇਣ ਵਿਦਿਆ, ਜਿਹੜੇ ਫਾਰਮੂਲੇ ਦੇ ਪਿੱਛੇ ਪਿੱਛੇ ਚੱਲ ਕੇ ਵੀ ਇੰਨਾ ਕਰੀਏ ਆਹ ਹੋ ਜਾਂਦਾ, ਫਿਰ ਇੱਦਾਂ, ਇਹ ਸਾਰੀ ਚੀਜ਼ ਇਹਦੇ ਪਿੱਛੇ ਜ਼ਿੰਦਗੀ ਲੰਘਾ ਦੇਣੀ। ਕਰਾਮਾਤਾਂ ਦੇ ਵੇਖ ਕੇ ਖੁਸ਼ ਹੋ ਜਾਣ ਵਾਲੇ, ਵੀ ਕਰਾਮਾਤ ਕਰੋਗੇ ਤਾਂ ਹੀ ਅਸੀਂ ਧਰਮ ਮੰਨਦੇ ਹਾਂ, ਜੇ ਕਰਾਮਾਤ ਨਹੀਂ ਕੀਤੀ ਤੇ ਧਰਮ ਹੈ ਹੀ ਨਹੀਂ। ਮਰਦ ਕਹਿੰਦੇ ਤੁਸੀਂ ਸਾਹ ਲੈ ਰਹੇ ਜੇ, ਇਹਦੇ ਤੋਂ ਵੱਡੀ ਹੋਰ ਕਰਾਮਾਤ ਕੀ ਹੈ? ਤੁਹਾਡੇ ਵੱਸ ਦੇ ਵਿੱਚ ਹੈ ਅਗਲਾ ਹੀ ਨਾ ਆਵੇ, ਇਹ ਸਾਹ ਕਰਾਮਾਤ ਨਹੀਂ ਹੈ? ਸੌਣ ਲੱਗੇ ਸੀ ਨੀਂਦ ਆ ਗਈ ਹੈ, ਹੋਰ ਕਰਾਮਾਤ ਇਹਦੇ ਤੋਂ ਵੱਡੀ ਕੀ ਹੈ? ਜਾਗਣਾ ਚਾਹੁੰਦੀ ਸੀ ਸਵੇਰੇ ਜਾਗ ਆ ਗਈ ਹੈ, ਇਹਦੇ ਤੋਂ ਵੱਡੀ ਕਰਾਮਾਤ ਕੀ ਹੈ? ਕਿੰਨੇ ਵੇਖੋ ਜਾਗ ਹੀ ਨਹੀਂ ਪਾਉਂਦੇ। ਕੀ ਇਹ ਕਰਾਮਾਤ ਨਹੀਂ? ਮੈਂ ਆਪਣੀਆਂ ਲੱਤਾਂ ਤੇ ਖੜਾ ਹੋ ਕੇ ਤੁਰਿਆ ਫਿਰਦਾ ਪਿਆ, ਇਹ ਕਰਾਮਾਤ ਹੀ ਤੇ ਹੈ। ਪਰ ਉਹਨਾਂ ਨੂੰ ਕਰਾਮਾਤ ਇਹ ਚਾਹੀਦੀ ਹੈ ਵੀ ਕੋਈ ਦੁਨੀਆ ਨਾਲੋਂ ਵਿਲੱਖਣ ਕੰਮ ਕੀਤਾ ਜਾਵੇ। ਇਹਨਾਂ ਕਰਾਮਾਤਾਂ 'ਚ ਫਸੇ ਹੋਏ ਲੋਕ, ਕਰਾਮਾਤ ਕਾਲਖ ਹਨੇਰੇ, ਕਰਾਮਾਤ ਦੀਆਂ ਤੇ ਇਹੋ ਜਿਹੇ ਕਾਲੇ ਕੰਮਾਂ ਦੇ ਹਨੇਰਿਆਂ ਦੇ ਵਿੱਚ ਬਹੁਤ ਲੋਕ ਫਸੇ ਹੋਏ ਨੇ। ਤੁਸੀਂ ਬਾਹਰ ਨਿਕਲ ਕੇ ਵੇਖੋਗੇ ਤਾਂ ਲੋਕਾਂ ਦਾ ਏਡਾ ਬੁਰਾ ਹਾਲ ਹੈ ਇਹਨਾਂ ਚੀਜ਼ਾਂ ਦੇ ਵਿੱਚ। ਹਰ ਗਲੀ 'ਚ ਬਾਬਾ ਤੇ ਪਰਸਨਲ ਬਾਬਾ ਫਿਰ ਸਾਰਿਆਂ ਦਾ। ਬੀਬੀਆਂ ਵੀ ਘੱਟ ਨਹੀਂ, ਉਹ ਵੀ ਲੋਕਾਂ ਨੂੰ ਇੱਦਾਂ ਦੱਸਦੀਆਂ ਪਈਆਂ ਨੇ ਵੀ ਆਹ ਇੱਦਾਂ ਕਰ ਲਓ, ਤੁਹਾਡੇ ਪਿੱਛੇ ਆਹ ਕੀਤਾ। ਜੇ ਬਾਬਿਆਂ ਦੇ ਆਖੇ ਲੱਗੋ ਤੇ ਇਹ ਤੇ ਗ੍ਰਹਿ ਯੁੱਧ ਸ਼ੁਰੂ ਕਰਾ ਦੇਣ ਲੋਕਾਂ ਦਾ, ਵੀ ਤੁਹਾਡੇ ਗੁਆਂਢੀਆਂ ਨੇ ਤੁਹਾਡੇ ਨਾਲ ਇੱਦਾਂ ਕਰ ਦਿੱਤਾ, ਤੁਹਾਡੇ ਭਰਾਵਾਂ ਨੇ ਤੁਹਾਡੇ ਨਾਲ ਇੱਦਾਂ ਕਰ ਦਿੱਤਾ। ਇਹ ਤਾਂ ਟੱਬਰਾਂ ਦੀ ਨਾ ਬਣ ਦੇਣ ਜਿਨ੍ਹਾਂ ਦੇ ਪਿੱਛੇ ਲੱਗੋ ਤੇ। ਪਰ ਲੱਗਦੇ ਨੇ ਲੋਕ, ਤੁਸੀਂ ਜਾ ਕੇ ਵੇਖੋ ਵੀ ਜੋ ਸਾਡਾ ਬਾਬਾ ਕਹਿ ਦੂ ਇਹੋ ਹੀ ਸੱਚ ਹੈ। ਇਹੋ ਜਿਹੇ ਹਨੇਰਿਆਂ 'ਚ ਲੋਕ ਡਿੱਗੇ ਪਏ ਨੇ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਪੂਜਾ ਵਰਤ ਉਪਾਰਣੇ। ਹੁਣ ਕਈ ਵੱਖਰੇ ਵੱਖਰੇ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ, ਵੱਖਰੀਆਂ ਵੱਖਰੀਆਂ ਸ਼ਕਤੀਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀ ਪੂਜਾ ਕਰਦੇ ਨੇ, ਵਰਤ ਰੱਖਦੇ ਨੇ। ਵਰਤ ਕਾਹਦੇ ਲਈ ਰੱਖਿਆ ਤੁਹਾਨੂੰ ਵੀ ਪਤਾ ਵੀ ਪਿੱਛੇ ਇੱਕ ਮੈਂਟੈਲਿਟੀ ਕੰਮ ਕਰਦੀ ਹੈ ਨਾ, ਵੀ ਆਹ ਵਰਤ ਰੱਖੋ ਉਮਰ ਪੂਰੀ ਹੋ ਜਾਵੇਗੀ, ਆਹ ਵਰਤ ਰੱਖੋ ਤੇ ਆਹ ਫਲਾਣਾ ਚੰਦਰਮਾ ਦਾ ਵਰਤ ਹੋ ਗਿਆ, ਫਲਾਣੇ ਦੇਵਤੇ ਦਾ ਵਰਤ ਹੋ ਗਿਆ। ਇਹ ਕੀ ਨੇ? ਪੂਜਾ ਵਰਤ ਉਪਾਰਣੇ। ਇਹੋ ਜਿਹੇ ਵਰਤਾਂ ਦੇ ਵਿੱਚ ਲੱਗੇ ਹੋਏ ਲੋਕ। ਵਰ ਸਰਾਪ, ਵਰਾਂ ਦੇ ਵਿੱਚ ਤੇ ਸਰਾਪਾਂ ਦੀ ਖਿੱਚ ਰੱਖਣ ਵਾਲੇ ਲੋਕ। ਦੇਖੋ ਬੰਦਗੀ ਦੇ ਵਿੱਚ ਇੱਕ ਸਟੇਜ ਹੈ ਜਿਹਦੇ ਵਿੱਚ ਵਰ ਤੇ ਸਰਾਪ ਦੀ ਗੱਲ ਆਉਂਦੀ ਹੈ। ਸੰਖੇਪ ਕਹਿ ਦੇਵਾਂ, ਤੁਸੀਂ ਇਸ ਗਾਥਾ ਨੂੰ ਪੜ੍ਹਿਆ ਹੋਵੇਗਾ ਜਿਹਦੇ ਵਿੱਚ ਇਹ ਗੱਲ ਪੜ੍ਹੀ ਜਾਂਦੀ ਹੈ ਜੀ, ਹਰਣਾਕਸ਼ ਨੇ ਬੜੀ ਬੰਦਗੀ ਕੀਤੀ ਤੇ ਜਦੋਂ ਬੰਦਗੀ ਕੀਤੀ ਉਹਨੂੰ ਇੱਕ ਵਰ ਮਿਲ ਗਿਆ। ਵਰ ਕੀ ਮਿਲਿਆ ਸੀ? ਵੀ ਉਹ ਮਰੇਗਾ ਨਹੀਂ ਕਿਸੇ ਦੇ ਹੱਥੋਂ। ਚਲੋ ਉਹ ਜੋ ਗਾਥਾ ਹੋਈ, ਉੱਥੇ ਗਾਥਾ ਨਾਲ ਸਾਡਾ ਮਤਲਬ ਨਹੀਂ ਹੈ। ਗੱਲ ਕੀ ਸੀ? ਵੀ ਬੰਦਗੀ ਕਰੋ ਤੇ ਸਾਨੂੰ ਵਰ ਮਿਲ ਜਾਵੇਗਾ। ਪ੍ਰਹਿਲਾਦ ਦੇ ਬਾਰੇ ਇੱਕ ਜੀਵਨ 'ਚ ਗਾਥਾ ਆਉਂਦੀ, ਹੋਲਿਕਾ ਨੂੰ ਇਹੋ ਜਿਹਾ ਜਿਹੜਾ ਵਰ ਮਿਲਿਆ ਸੀ। ਤੁਸੀਂ ਦੇਵੀ ਦੇਵਤਿਆਂ ਦੇ ਜੀਵਨ ਦੇ ਵਿੱਚ ਇਹੋ ਜਿਹੇ ਵਰ ਬੜੇ ਲੱਭ ਲਵੋਗੇ ਜੀ, ਉਹਨੂੰ ਵਰ ਮਿਲਿਆ ਹੈ। ਹੁਣ ਵਰ ਤੋਂ ਬਿਲਕੁਲ ਉਲਟ ਚੀਜ਼ ਹੈ ਸਰਾਪ। ਸਰਾਪ ਦਾ ਮਤਲਬ ਕੀ ਹੈ? ਵੀ ਵਰ ਤੇ ਸਾਨੂੰ ਪੋਜ਼ਿਟਿਵ ਪਾਸੇ ਦੀ ਗੱਲ ਸਮਝਾਉਂਦਾ ਹੈ, ਪਰ ਜਿਹੜਾ ਸਰਾਪ ਹੈ ਉਹ ਸਮਝ ਲਓ ਜੀ ਉਹ ਤੇ ਬੁਰੇ ਪਾਸੇ ਲੱਗ ਗਿਆ। ਕਈ ਲੋਕ ਭੁਲੇਖੇ ਦੇ ਵਿੱਚ ਗੁਰੂ ਸਾਹਿਬ ਲਈ ਵੀ ਇਹ ਸ਼ਬਦ ਵਰਤ ਦਿੰਦੇ ਨੇ ਵੀ ਮਹਾਰਾਜ ਨੇ ਵਰ ਦਿੱਤਾ ਤੇ ਮਹਾਰਾਜ ਨੇ ਸਰਾਪ ਦੇ ਦਿੱਤਾ। ਸਿੱਖ ਵਰ ਸਰਾਪ ਨਹੀਂ ਦਿੰਦਾ ਤੇ ਮਹਾਰਾਜ ਕਿੱਥੇ ਵਰ ਸਰਾਪ ਦੇਣਗੇ? ਸਿੱਖ ਸਰਬੱਤ ਦਾ ਭਲਾ ਮੰਗਦਾ ਹੈ, ਫਿਰ ਸਰਾਪ ਕਿੱਦਾਂ ਦੇ ਸਕਦਾ ਹੈ? ਅਸੀਂ ਕਿਸੇ ਨੂੰ ਇਹੋ ਜਿਹਾ ਨਾ ਤੇ ਦੇਣਾ ਹੈ ਤੇ ਨਾ ਦੇ ਹੀ ਸਕਦੇ ਹਾਂ। ਇਹ ਸਾਡਾ ਗੁਰਮਤਿ ਦਾ ਵਿਧਾਨ ਹੀ ਨਹੀਂ। ਸਰਾਪ ਦੀ ਗੱਲ ਵੀ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਤੁਸੀਂ ਇਹ ਵੀ ਮਿਥੋਲੋਜੀ ਦੇ ਵਿੱਚੋਂ ਗਾਥਾ ਪੜ੍ਹੀ ਹੋਵੇ ਕਿ ਬਾਬਾ ਨਾਮਦੇਵ ਜੀ ਦਾ ਹਵਾਲਾ ਹੈ, ਦੁਰਬਾਸ਼ਾ ਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ, ਕਿਰਪਾ ਕਰੀ ਆਪਣੇ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ। ਉਹ ਕਹਿੰਦੇ ਨੇ ਹੋਇਆ ਨਾ ਵੀ ਦੁਰਬਾਸ਼ਾ ਰਿਸ਼ੀ ਨੂੰ ਮਜ਼ਾਕ ਕੀਤਾ ਸੀ ਜਾਦਵ ਕੁਲ ਦੇ ਬੱਚਿਆਂ ਨੇ, ਤੇ ਉਹਨੇ ਕਿਹਾ ਵੀ ਜੋ ਇਹਦੇ ਵਿੱਚੋਂ ਪੈਦਾ ਹੋਵੇਗਾ ਨਾ ਤੁਹਾਡੀ ਕੁਲ ਦਾ ਨਾਸ਼ ਕਰ ਦੇਵੇਗਾ ਜੀ। ਉਹਨੇ ਸਰਾਪ ਦੇ ਦਿੱਤਾ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ, ਤਾਂ ਮੁਖ ਪਛੋਤਾਇਆ, ਤਾਂ ਮਨ ਪਛੋਤਾਇਆ। ਹੋਇਆ ਕੀ? ਗੌਤਮ ਦੇ ਸਰਾਪ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਔਰ ਇਹਨੂੰ ਇੱਦਾਂ ਪੜ੍ਹੀਏ ਨਾ, ਜਦੋਂ ਅਸੀਂ ਥੋੜ੍ਹੀ ਜਿਹੀ ਪੁਰਾਣੀ ਮਿਥੋਲੋਜੀ ਪੜ੍ਹਾਂਗੇ, ਉਹਨਾਂ ਨੇ ਬੜੇ ਥੋਕ ਦੇ ਉੱਤੇ ਰੱਖੇ ਹੋਏ ਨੇ ਵਰ ਤੇ ਸਰਾਪ, ਵੀ ਆਹ ਕਰੋਗੇ ਤੁਹਾਨੂੰ ਵਰ ਮਿਲ ਗਿਆ, ਆਹ ਕੀਤਾ ਤੁਹਾਨੂੰ ਸਰਾਪ ਮਿਲ ਗਿਆ। ਵਰਾਂ ਤੇ ਸਰਾਪਾਂ ਦੀ ਦੌੜ ਦੇ ਵਿੱਚ ਲੱਗੇ ਹੋਏ ਲੋਕ। ਵਰ ਸਰਾਪ ਸ਼ਿਵ ਸ਼ਕਤ ਲਵੇਰੇ,
ਲਵੇਰੇ ਦਾ ਮਤਲਬ ਲਿਪਟੇ ਹੋਏ ਨੇ, ਲੱਗੇ ਹੋਏ ਨੇ, ਮਤਲਬ ਕਈ ਤਰੀਕਿਆਂ ਦੀ ਪੂਜਾ ਦੇ ਵਿੱਚ, ਸ਼ਿਵ ਸ਼ਕਤੀ ਦੀ ਖੇਡ ਦੇ ਵਿੱਚ, ਮਾਇਆ ਦੀ ਖੇਡ ਦੇ ਵਿੱਚ ਲੱਗੇ ਹੋਏ ਨੇ। ਹੁਣ ਇੰਨਾ ਕੁ ਜਿਹੜਾ ਹਾਲ ਹੈ ਨਾ, ਇੰਨਾ ਹਾਲ ਬੋਲਿਆ ਹੈ ਉਹ ਜਿਹੜਾ ਉਹ ਦੁਨੀਆ ਦਾ ਬੋਲਿਆ ਵੀ ਦੁਨੀਆ ਇਹਨਾਂ ਕੰਮਾਂ 'ਚ ਲੱਗੀ ਹੋਈ ਹੈ। ਫਿਰ ਭਾਈ ਗੁਰਦਾਸ ਸਾਹਿਬ ਨੇ ਪੁੱਛਿਆ ਵੀ ਭਾਈ ਸਾਹਿਬ ਸਾਨੂੰ ਕਿਹੜੇ ਪਾਸੇ ਲੱਗਣਾ ਚਾਹੀਦਾ ਹੈ? ਭਾਈ ਗੁਰਦਾਸ ਸਾਹਿਬ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਵਿਣ ਥਾਉ ਨਾ ਪਾਇਨ ਭਲੇ ਭਲੇਰੇ। ਸੰਗਤ ਤੋਂ ਬਿਨਾਂ ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਜਿੰਨਾ ਮਰਜੀ ਕੋਈ ਜਤੀ ਸਤੀ ਹੋ ਜਾਵੇ, ਜਿੰਨਾ ਮਰਜੀ ਕੋਈ ਦਾਨੀ ਹੋ ਜਾਵੇ, ਜਿੰਨੇ ਮਰਜੀ ਕੋਈ ਵਰਤ ਰੱਖ ਲਵੇ, ਜਿੰਨੀਆਂ ਮਰਜੀ ਕੋਈ ਪੂਜਾ ਕਰ ਲਵੇ, ਜਿੰਨਾ ਮਰਜੀ ਰਿਧੀਆਂ ਸਿੱਧੀਆਂ ਦਾ ਮਾਲਕ ਹੋ ਜਾਵੇ, ਜਿੰਨਾ ਮਰਜੀ ਤਾਕਤਾਂ ਦਾ ਮਾਲਕ ਹੋ ਜਾਵੇ, ਥਾਂ ਨਾ ਪਾਇਨ ਭਲੇ ਭਲੇਰੇ। ਭਾਈ ਗੁਰਦਾਸ ਸਾਹਿਬ ਕਹਿੰਦੇ ਰੱਬ ਦੇ ਘਰ ਦੇ ਵਿੱਚ ਥਾਂ ਨਹੀਂ ਪਾ ਸਕਣਗੇ, ਜੋ ਮਰਜ਼ੀ ਕਰ ਲੈਣ। ਔਰ ਬੜੀਆਂ ਬੜੀਆਂ ਤਾਕਤਾਂ ਵਾਲੇ ਬੰਦੇ ਸੀ, ਗੁਰੂ ਸਾਹਿਬ ਨੂੰ ਮਿਲਦੇ ਰਹੇ ਨੇ ਇਹੋ ਜਿਹੀਆਂ ਤਾਕਤਾਂ ਵਾਲੇ ਬੰਦੇ। ਪਰ ਜਿੱਦਣ ਗੁਰੂ ਸਾਹਿਬ ਮਿਲਦੇ ਸੀ ਤੇ ਮਹਾਰਾਜ ਕਹਿੰਦੇ ਸੀ ਵੀ ਠੀਕ ਹੈ ਤੁਹਾਡੇ ਪੱਲੇ ਤਾਕਤ ਤੇ ਹੈ, ਪਰ ਤੁਹਾਨੂੰ ਪਤਾ ਨਹੀਂ ਵੀ ਤੁਸੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਾਣਾ। ਇਹ ਉਹੀ ਗੱਲ ਹੋ ਗਈ ਵੀ ਪੁਰਾਣੇ ਵੇਲੇ ਨਾ ਜੰਗ ਦੇ ਮੈਦਾਨਾਂ ਦੇ ਵਿੱਚ ਹਾਥੀ ਛੱਡ ਦਿੱਤਾ ਜਾਂਦਾ ਹੁੰਦਾ ਸੀ, ਤੇ ਹਾਥੀ ਦਾ ਰਿਸਕ ਇਹ ਹੁੰਦਾ ਸੀ ਵੀ ਜੇ ਸਿੱਧਾ ਚਲਾ ਗਿਆ ਤਾਂ ਦੁਸ਼ਮਣਾਂ ਦੀ ਫੌਜ ਮਾਰ ਦੇਵੇਗਾ, ਤੇ ਜੇ ਵਾਪਸ ਆ ਗਿਆ ਤੇ ਇਹਨੇ ਆਪਣੇ ਮਾਰ ਦੇਣੇ ਨੇ। ਇਹ ਇਦਾਂ ਦੀ ਖੇਡ ਹੁੰਦੀ ਹੈ। ਇਹਦੇ ਵਿੱਚ ਬੰਦੇ ਨੂੰ ਡਾਇਰੈਕਸ਼ਨ ਦਾ ਪਤਾ ਨਹੀਂ ਹੁੰਦਾ। ਔਰ ਭਾਵੇਂ ਇਹਨੂੰ ਵਹਿਮਾਂ ਵਾਲੇ ਪਾਸੇ ਤੋਂ ਸੋਚ ਲਓ, ਜਿਨ੍ਹਾਂ ਲੋਕਾਂ ਨੇ ਸੁਸਾਇਟੀ ਦੇ ਵਿੱਚ ਇਹੋ ਜਿਹੇ ਕੰਮ ਕੀਤੇ ਵੀ ਧਾਗੇ ਤਵੀਤ ਵੰਡਦੇ ਫਿਰਦੇ ਨੇ, ਅਗਲੀ ਪੌੜੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਇਹਦੇ ਬਾਰੇ। ਉਹਨਾਂ ਨੇ ਲੋਕਾਂ ਦਾ ਤੇ ਬੁਰਾ ਕੀਤਾ, ਕਿਉਂਕਿ ਦੋ ਹੀ ਕੰਮ ਹੁੰਦੇ ਨੇ। ਕਈ ਲੋਕ ਭਲਾ ਕਰਦੇ ਨੇ, ਜੇ ਥੋੜ੍ਹੀ ਬਹੁਤੀ ਉਹਨਾਂ ਦੇ ਪੱਲੇ ਤਾਕਤ ਆ ਗਈ ਤਾਂ ਉਹਨਾਂ ਨੇ ਲੋਕਾਂ ਦਾ ਫਾਇਦਾ ਕਰ ਦਿੱਤਾ ਵੀ ਚਲੋ ਕਿਸੇ ਦਾ ਬੁਰਾ ਨਹੀਂ ਕਰਨਾ। ਕਈ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਨੇ। ਪਰ ਮਹਾਰਾਜ ਕਹਿੰਦੇ ਨੇ ਨਾ ਵੀ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਜੋ ਬੀਜੋਗੇ ਉਹੀ ਵੱਢੋਗੇ। ਉਹ ਜਦੋਂ ਫਿਰ ਲੋਕਾਂ ਲਈ ਤੇ ਇਦਾਂ ਕਰ ਦਿੰਦੇ ਨੇ ਤੇ ਲੋਕਾਂ ਦੇ ਨਾਲ ਮੰਨ ਲਓ ਹੋ ਵੀ ਗਿਆ, ਜਦੋਂ ਵਾਪਸ ਆਪਣੇ ਗੱਲ ਉੱਤੇ ਬਾਉਂਸ ਬੈਕ ਹੁੰਦੀ ਹੈ ਨਾ ਉਹ ਗੱਲ, ਫਿਰ ਜ਼ਿੰਦਗੀ ਬੜੀ ਔਖੀ ਨਿਕਲਦੀ ਹੈ। ਤੇ ਫਿਰ ਮੈਂ ਤੇ ਇਦਾਂ ਵੀ ਵੇਖੇ ਨੇ ਵੀ ਜ਼ਿੰਦਗੀ ਦੇ ਵਿੱਚ ਫਿਰ ਉਹ ਮੰਗਦੇ ਨੇ ਵੀ ਸੱਚੇ ਪਾਤਸ਼ਾਹ ਬਸ ਛੁਟਕਾਰਾ ਹੋ ਜੇ। ਹੁਣ ਛੁਟਕਾਰਾ ਵੀ ਨਹੀਂ ਹੁੰਦਾ, ਲੋਕਾਂ ਦਾ ਬੁਰਾ ਕੀਤਾ ਹੈ, ਲੇਖਾ ਪੂਰਾ ਹੋਵੇ ਤੇ ਗੱਲ ਮੁੱਕੇ। ਇਸ ਕਰਕੇ ਮਹਾਰਾਜ ਉਹਨੂੰ ਇਦਾਂ ਕਹਿੰਦੇ ਨੇ ਭਾਈ ਗੁਰਦਾਸ ਵੀ ਜਿੰਨੀਆਂ ਮਰਜ਼ੀ ਤਾਕਤਾਂ ਇਕੱਠੀਆਂ ਕਰ ਲਓ, ਜਿੰਨੇ ਮਰਜ਼ੀ ਜੰਤਰ ਮੰਤਰ ਪੜ੍ਹੀ ਜਾਓ ਤੁਸੀਂ, ਜੋ ਮਰਜ਼ੀ ਤੁਹਾਡੇ ਪੱਲੇ ਆ ਗਿਆ ਹੈ, ਤੇ ਸ਼ਬਦ ਪੱਲੇ ਨਹੀਂ ਹੈ ਨਾ, ਗੁਰੂ ਦੀ ਗੱਲ ਪੱਲੇ ਨਹੀਂ ਹੈ, ਤੇ ਸਾਧ ਸੰਗਤ ਪੱਲੇ ਨਹੀਂ ਹੈ। ਸਾਧ ਸੰਗਤ ਗੁਰ ਸ਼ਬਦ ਵਿਣ ਥਾਉ ਨਾ ਪਾਇਨ ਭਲੇ ਭਲੇਰੇ। ਚੰਗੇ ਭਲੇ ਵੀ ਥਾਂ ਨਹੀਂ ਪਾਉਣਗੇ। ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਪਤਾ ਸੀ ਇਸ ਗੱਲ ਦਾ ਵੀ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਨਾ, ਉਹ ਛੇਤੀ ਮੰਨਦੇ ਨਹੀਂ ਹੁੰਦੇ। ਅੱਗੋਂ ਕਹਿਣਗੇ ਲੈ ਤੁਹਾਨੂੰ ਕੀ ਪਤਾ, ਸਾਡੇ ਬਾਬੇ ਦੀ ਤਾਕਤ ਬੜੀ ਵੱਡੀ ਹੈ। ਤੇ ਉਹ ਮੈਂ ਥੋੜ੍ਹੇ ਦਿਨ ਪਹਿਲਾਂ ਹੀ, ਚਲੋ ਅੱਜ ਇੱਥੇ ਸਮਾਪਤੀ ਕਰ ਲਵਾਂਗੇ, ਆਪਾਂ ਇਸੇ ਪੌੜੀ ਨੂੰ ਵਿਚਾਰਦੇ ਹਾਂ। ਉਹ ਕਹਿੰਦੇ ਜੀ ਇੱਕ ਬਾਬਾ ਫੜਿਆ ਗਿਆ, ਉਹ ਜੇਲ੍ਹ ਦੇ ਵਿੱਚ ਚਲਾ ਗਿਆ, ਤੇ ਪੰਜਾਬ ਦਾ ਬੜਾ ਮਸ਼ਹੂਰ ਬਾਬਾ ਸੀ। ਤੇ ਹੁਣ ਬਾਬਿਆਂ ਦੇ ਨਾ ਡਰ ਬੜੇ ਪਾਏ ਹੁੰਦੇ ਨੇ ਲੋਕਾਂ ਨੂੰ। ਤੋ ਜਿਹੜੀ ਜੇਲ੍ਹ ਦੇ ਵਿੱਚ ਫੜਿਆ ਸੀ ਨਾ, ਤੇ ਉਹਦਾ ਚੇਲਾ ਉਹਨੂੰ ਮਿਲਣ ਦੇ ਲਈ ਗਿਆ। ਤੇ ਜਦੋਂ ਚੇਲਾ ਬਾਹਰ ਨਿਕਲਿਆ ਨਾ, ਤੋ ਜਿਹੜੇ ਪੁਲਿਸ ਵਾਲੇ ਦੀ ਡਿਊਟੀ ਸੀ ਵੀ ਹਵਾਲਾਤ ਦੇ ਵਿੱਚ ਹੈ ਤੇ ਇਹਦਾ ਧਿਆਨ ਰੱਖਣਾ ਤੂੰ, ਉਹ ਚੇਲਾ ਕਿਤੇ ਕਹਿ ਗਿਆ ਵੀ ਸਾਡਾ ਬਾਬਾ ਤੇ ਹੁਣੇ ਨਿਕਲਿਆ ਲਓ ਜੇਲ੍ਹ ਦੇ ਵਿੱਚੋਂ, ਇਹਨੇ ਤੇ ਚਿੜੀ ਬਣ ਕੇ ਉੱਡ ਜਾਣਾ, ਇਹਨੇ ਤੇ ਉੱਡ ਜਾਣਾ। ਉਹ ਵਿਚਾਰਾ ਪੁਲਿਸ ਵਾਲਾ ਵਹਿਮੀ ਸੀ, ਉਹਦੀ ਜਾਨ ਤੇ ਬਣ ਗਈ ਵੀ ਜੇ ਕਿਤੇ ਇਹ ਨਿਕਲ ਗਿਆ ਤੇ ਮੇਰੀ ਨੌਕਰੀ ਛੁੱਟ ਜਾਣੀ ਹੈ, ਮੈਨੂੰ ਤੇ ਇਹਨਾਂ ਨੇ ਸਾਰਾ ਕੁਝ ਲਵਾ ਕੇ ਘਰ ਭੇਜਣਾ ਵੀ ਚੱਲ ਤੂੰ, ਤੇਰੇ ਬੰਦਾ ਨਿਕਲ ਕਿੱਦਾਂ ਗਿਆ। ਉਹ ਕਹਿੰਦਾ ਵੀ ਰੱਬ ਰੱਬ ਕਰਦਿਆਂ ਉਹਨੇ ਨਾ ਆਪਣੇ 8 ਘੰਟੇ ਕੱਢੇ ਵੀ ਡਿਊਟੀ ਮੁੱਕੀ ਤੇ ਸਾਹ ਸੁੱਕਿਆ ਉਹਦਾ। ਉਹਨੇ ਫਿਰ ਉਹ ਜਿਹੜਾ ਉਹਨੂੰ ਜਿਹਨੇ ਡਿਊਟੀ ਬਦਲੀ ਸੀ ਜਿਹਦੇ ਨਾਲ, ਉਹਨੂੰ ਆ ਕੇ ਦੱਸਿਆ ਵੀ ਮੈਂ ਤੇ ਆਹ ਗੱਲ ਸੁਣੀ ਆ ਤੇ ਮੈਂ ਤੇ ਡਰ ਕੇ ਡਿਊਟੀ ਪਾਰ ਕੀਤੀ ਹੈ। ਤੇ ਉਹ ਕਹਿੰਦੇ ਵੀ ਜਿਹੜਾ ਅਗਲਾ ਆਇਆ ਸੀ ਉਹ ਘਰੇ ਘਰੋਂ ਲੜ ਕੇ ਆਇਆ ਸੀ, ਉਹਨੇ ਆਉਂਦੇ ਨੇ ਪਹਿਲਾਂ ਅੰਦਰ ਵੜਿਆ ਤੇ ਚੰਗੀ ਤਰ੍ਹਾਂ ਪਹਿਲਾਂ ਬਾਬੇ ਦੀ ਸੇਵਾ ਕੀਤੀ ਵੀ ਵਿਖਾ ਮੈਨੂੰ ਚਿੜੀ ਬਣ ਕੇ ਵੀ ਤੂੰ ਕਿੱਦਾਂ ਉੱਡਦਾ ਤੂੰ। ਉਹ ਜਿੰਨਾ ਚਿਰ ਨੂੰ ਲੋਕੀ ਉਹਨੂੰ ਛਡਾਉਣ ਆਏ, ਉਹਨੇ ਚਿਰ ਨੂੰ ਬਾਬਾ ਦਾ ਉਹਨਾਂ ਮੋਰ ਬਣਾਤਾ ਸੀ 2-4 ਮਿੰਟਾਂ ਦੇ ਵਿੱਚ। ਇਹੋ ਜਿਹੇ ਲੋਕਾਂ ਦੇ ਮਨਾਂ 'ਚ ਵਹਿਮ ਪਾਏ, ਸਾਡਾ ਬਾਬਾ ਆਹ ਕਰ ਦੇਵੇਗਾ, ਸਾਡਾ ਬਾਬਾ ਆਹ ਕਰ ਦੇਵੇਗਾ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਪਤਾ ਕੀ ਗੱਲਾਂ ਨੇ, ਜਿੱਦਾਂ ਇੱਕ ਝੂਠ ਹੋਵੇ ਨਾ, ਤੇ ਝੂਠ ਨੂੰ ਸੱਚ ਕਰਨ ਦੇ ਲਈ 100 ਗੱਲ ਬਦਲਣੀ ਪੈਂਦੀ ਹੈ ਝੂਠ ਹੀ ਹੈ, ਪਰ ਉਹਨੂੰ ਵਾਰ-ਵਾਰ ਬਦਲਣਾ ਪੈਂਦਾ। ਨਹੀਂ ਜੀ ਇੱਦਾਂ ਨਹੀਂ, ਨਹੀਂ ਜੀ ਇੱਦਾਂ ਨਹੀਂ। ਉਹ ਕਹਿੰਦੇ ਵੀ ਕਿਤੇ ਛੱਤ ਤੇ ਚੜ੍ਹਨਾ ਹੋਵੇ ਤੇ ਇੱਕ ਸਾਡੇ ਕੋਲ ਰੱਸੀ ਹੋਵੇ ਤੇ ਟੁੱਟੀ ਹੋਵੇ ਰੱਸੀ, ਉਹਨੂੰ ਫਿਰ ਕਿੰਨੀਆਂ ਗੰਢਾਂ ਮਾਰਨੀਆਂ ਪੈਂਦੀਆਂ ਨੇ ਨਾ। ਝੂਠ ਨੂੰ ਸੱਚ ਸਾਬਤ ਕਰਨ ਦੇ ਲਈ ਕਈ ਗੰਢਾਂ ਮਾਰਨੀਆਂ ਪੈਂਦੀਆਂ ਨੇ। ਇਹੋ ਜਿਹੇ ਬੰਦਿਆਂ ਨੂੰ ਤੁਸੀਂ ਮਨਾਓਗੇ ਨਾ ਵੀ ਕੁਝ ਨਹੀਂ ਜਾਦੂ ਟੂਣੇ, ਸਾਡੇ ਲਈ ਕੋਈ ਫਾਇਦਾ ਨਹੀਂ ਇਹਨਾਂ ਦਾ, ਅਸੀਂ ਕਹੀ ਨਹੀਂ ਇਹਨਾਂ ਕੰਮਾਂ 'ਚ ਪੈਣਾ, ਤਾਂ ਅੱਗੋਂ ਪਹਿਲਾਂ ਹੀ ਇਹ ਗੱਲ ਕਰਨਗੇ ਸਾਡੇ ਬਾਬੇ ਦੀ ਤਾਕਤ ਦਾ ਤੈਨੂੰ ਪਤਾ ਨਹੀਂ। ਤੇ ਵਾਕਿਆ ਹੀ ਨਹੀਂ ਸਾਨੂੰ ਪਤਾ, ਅਜੇ ਤੱਕ ਇਹਨਾਂ ਬਾਬਿਆਂ ਦੀ ਤਾਕਤਾਂ ਕਦੀ ਸਾਹਮਣੇ ਵੀ ਨਹੀਂ ਆਉਂਦੀਆਂ। ਆ ਕਿੰਨਾ ਕੁਝ ਹੋ ਗਿਆ ਦੇਸ਼ ਦੇ ਵਿੱਚ, ਸਾਡੇ ਦੇਸ਼ 'ਚ ਉਹਨੇ ਲੋਕ ਨਹੀਂ ਨੇ ਜਿੰਨੇ ਬਾਬੇ ਹੋਣਗੇ।
ਕਿਸੇ ਨੂੰ ਨਹੀਂ ਸੀ ਪਤਾ ਵੇਲੋ ਦੋਵਾਂ ਚਵਾਂ ਦਿਨਾਂ 'ਚ ਕੀ ਖੇਡ ਵਾਪਰ ਗਈ। ਕਿੰਨਾ ਕੁਝ ਹੋ ਜਾਂਦਾ ਹੈ, ਕਿਸੇ ਨੂੰ ਨਹੀਂ ਪਤਾ ਲੱਗਦਾ। ਹੋਇਆ ਕੀ ਸੀ, ਚਲੋ ਇਹ ਗੱਲ ਜ਼ਿਆਦਾ ਤੇ ਕੱਲ੍ਹ ਵਾਲੇ ਸ਼ਬਦ ਦੇ ਵਿੱਚ ਆਵੇਗੀ, ਅਸੀਂ ਵਿਚਾਰਾਂਗੇ। ਜੋਤਸ਼ੀਆਂ ਦੇ ਘਰਾਂ ਦੇ ਵਿੱਚ ਡਾਕੇ ਪੈ ਜਾਂਦੇ ਨੇ, ਤੁਸੀਂ ਖਬਰਾਂ ਸੁਣਦੇ ਹੋਵੋਗੇ। ਬਾਬੇ ਨੂੰ ਲੋਕੀ ਠੱਗ ਕੇ ਲੈ ਗਏ। ਜਿਹੜਾ ਦੂਜਿਆਂ ਨੂੰ ਮੱਤਾਂ ਦਿੰਦਾ ਵੀ ਮੈਂ ਤੁਹਾਨੂੰ ਦੱਸੂਗਾ ਵੀ ਤੁਹਾਡੇ ਨਾਲ ਕੀ ਹੋਣਾ, ਲੋਕੀ ਉਹਨੂੰ ਹੀ ਠੱਗ ਕੇ ਲੈ ਗਏ। ਇਹ ਕੀ ਖੇਡ ਵਾਪਰ ਗਈ? ਕੂੜ ਇੱਕ, ਗੰਢੀ 100 ਫੇਰੇ। ਇੱਕ ਝੂਠ ਨੂੰ ਸੱਚਾ ਕਰਨ ਦੇ ਲਈ 100 ਗੰਢਾਂ ਦੇਣੀਆਂ ਪਈਆਂ ਵੀ ਨਹੀਂ ਜੀ ਐਦਾਂ ਨਹੀਂ ਹੁੰਦਾ, ਤੁਹਾਨੂੰ ਕੀ ਪਤਾ, ਜਿਹਦੇ ਨਾਲ ਹੋਵੇ ਉਹਨਾਂ ਦੇ ਨਾਲ ਹੀ ਹੁੰਦਾ। ਭਾਈ ਗੁਰਦਾਸ ਸਿੰਘ ਕਹਿੰਦੇ ਜਿੰਨੀਆਂ ਮਰਜ਼ੀ ਝੂਠ ਨੂੰ ਗੰਢਾਂ ਮਾਰੀ ਜਾਓ, ਝੂਠ ਝੂਠ ਹੀ ਰਹਿਣਾ, ਸੱਚ ਨਹੀਂ ਹੋਣਾ। ਇਸ ਕਰਕੇ ਸਾਡਾ ਕੀ ਵਿਧਾਨ ਹੈ? ਸਾਡਾ ਵਿਧਾਨ ਇਹ ਹੈ ਭਾਈ, ਤੁਸੀਂ ਕਿਸੇ, ਮੈਂ ਫਿਰ ਬੇਨਤੀ ਕਰ ਦੇਵਾਂ, ਵਿਸ਼ਾ ਅੱਗੇ ਵੀ ਇਹੋ ਹੀ ਚੱਲੇਗਾ, ਕਿਸੇ ਜੰਤਰ ਮੰਤਰ ਤੰਤਰ ਦੇ ਵਿੱਚ ਯਕੀਨ ਨਹੀਂ ਰੱਖਣਾ, ਕਿਸੇ ਜਾਦੂ ਟੋਣੇ 'ਚ ਯਕੀਨ ਨਹੀਂ ਰੱਖਣਾ। ਇਹ ਗੁਰਮਤ ਦਾ ਵਿਚਾਰ ਹੈ। ਸਤਿਗੁਰੂ ਕਹਿੰਦੇ ਨੇ, ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ, ਤੰਤ ਮੰਤ ਨਾ ਜੋ ਹੋਈ ਤਿਤ ਚਾਖ ਨਾ ਲਾਗੈ। ਕਿਸੇ ਨਜ਼ਰ ਦਾ ਡਰ ਨਹੀਂ ਰੱਖਣਾ, ਕਿਸੇ ਵਹਿਮ ਦਾ, ਕੋਈ ਕਿਸੇ ਤਰੀਕੇ ਦਾ ਵਹਿਮ ਨਹੀਂ ਕਰਨਾ ਵੀ ਨਹੀਂ ਜੀ ਇੱਦਾਂ ਹੋ ਜਾਂਦਾ ਹੈ। ਅੱਜ ਛੱਡ ਦੇਵੋਗੇ ਨਾ ਤੇ ਅੱਜ ਹੀ ਛੁੱਟ ਜਾਵੇਗਾ, ਨਹੀਂ ਛੱਡ ਪਾਵੋਗੇ ਤੇ ਇਹ ਅਗਲੇ ਤੁਹਾਡੇ ਬੱਚਿਆਂ ਦੇ ਗਲ ਵੀ ਪੈ ਜਾਣਾ, ਤੁਹਾਡੇ ਬੱਚਿਆਂ ਕੋਲੋਂ ਵੀ ਨਹੀਂ ਛੁੱਟ ਪਾਉਣਾ। ਇਸ ਕਰਕੇ ਕਿਸੇ ਵੀ ਤਰੀਕੇ ਦਾ ਵਹਿਮ ਸਿੱਖ ਨੇ ਨਹੀਂ ਕਰਨਾ ਹੈ। ਉਹ ਸਿੱਖ ਕਾਹਦਾ ਹੋਇਆ ਜਿਹੜਾ ਵਹਿਮੀ ਹੋਇਆ। ਮੈਂ ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ ਵੀ ਸਾਡੇ ਨਾਲ ਗੱਲ ਵਾਪਰੀ ਹੈ, ਮੈਂ ਥੋੜ੍ਹੇ ਦਿਨ ਪਹਿਲਾਂ ਵੀ ਸਾਂਝੀ ਕੀਤੀ ਸੀ ਆਪ ਜੀ ਦੇ ਨਾਲ, ਵੀ ਸਿੱਖ ਕਹਿ ਸਕਦੇ ਹਾਂ ਵੀ ਚਲੋ ਸਿੱਖ ਹੈ ਕਿਉਂਕਿ ਸਿਰ ਤੇ ਪੱਗ ਬੱਝੀ ਹੈ ਤੇ ਇਸ ਕਰਕੇ ਕਹਿਣਾ ਪੈ ਜਾਂਦਾ ਹੈ, ਪਰ ਅਸਲ ਦੇ ਵਿੱਚ ਵਹਿਮ ਏਡੇ ਵੱਡੇ ਨੇ ਵੀ ਉਹਨੂੰ ਇੰਝ ਲੱਗਦਾ ਵੀ ਮੈਨੂੰ ਬਚਾ ਹੀ ਮੇਰੇ ਗਲ, ਜਿਹੜੀ ਉਂਗਲ ਦੇ ਵਿੱਚ ਮੈਂ ਛਾਪ ਪਾਈ ਆ ਨਾ, ਮੁੰਦਰੀ ਪਾਈ, ਮੈਨੂੰ ਬਚਾ ਹੀ ਇਹ ਰਹੀ ਹੈ, ਮੈਨੂੰ ਬਚਾ ਹੀ ਇਹ ਚੀਜ਼ ਰਹੀ ਹੈ। ਉਹਨੂੰ ਲੱਗਦਾ ਵੀ ਮੈਨੂੰ ਤੇ ਮੇਰੇ ਬੱਚਿਆਂ ਨੂੰ ਰਾਖੀ ਬਚਾ ਕੇ ਰੱਖਿਆ, ਜੇ ਇਹ ਨਾ ਹੋਵੇ ਤੇ ਸ਼ਾਇਦ ਪਤਾ ਨਹੀਂ ਕੀ ਬਣ ਜਾਵੇ। ਕਿੰਨੀਆਂ ਚੀਜ਼ਾਂ ਨੂੰ ਉਹਨੇ ਬੰਨਿਆ ਪਿਆ ਹੈ ਤੇ ਕਿੰਨੀਆਂ ਚੀਜ਼ਾਂ ਨੇ ਉਹਨੂੰ ਬੰਨਿਆ ਪਿਆ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਬੜੇ ਲੋਕੀ ਨਾ ਜਿੱਦਾਂ ਤੁਸੀਂ ਵੇਖੋਗੇ ਗਲੇ ਤੇ ਰੱਖ ਪਾ ਲਈ, ਧਾਗਾ ਪਾ ਲਿਆ, ਕੁਝ ਨਹੀਂ ਜੇ ਹੁੰਦਾ। ਇਹਨੂੰ ਛੱਡ ਦੇਵੋਗੇ ਤੇ ਸੌਖੇ ਰਹੋਗੇ, ਨਹੀਂ ਤੇ ਬੱਝੇ ਰੱਖੋਗੇ ਤੇ ਫਿਰ ਸਾਰੀ ਜ਼ਿੰਦਗੀ ਬੰਨੀ ਛੱਡੋ। ਜੇ ਕੁਝ ਹੋ ਜਾਂਦਾ ਤਾਂ ਤੁਸੀਂ ਖੁਦ ਵੇਖ ਲੈਣਾ। ਉਹ ਹੋਇਆ ਕਿ ਤੁਸੀਂ ਕਿਤੇ ਆਉਂਦੇ ਜਾਂਦੇ ਵੇਖਿਓ, ਨਿਸ਼ਾਨ ਸਾਹਿਬ ਦੇ ਨਾਲ ਲੋਕੀ ਬੰਨ ਕੇ ਚਲ ਜਾਂਦੇ ਨੇ, ਕਿਉਂਕਿ ਮਨ 'ਚ ਡਰ ਹੈ ਨਾ ਕਿ ਜੇ ਕਿਤੇ ਸੁੱਟ ਦਿੱਤਾ ਤੇ ਕਿਤੇ ਕੁਝ ਹੋ ਹੀ ਨਾ ਜਾਵੇ। ਬੰਦੇ ਸੁੱਟ ਵੀ ਨਹੀਂ ਸਕਦੇ, ਸੁੱਟ ਕੇ ਵੀ ਸੁੱਟ ਨਹੀਂ ਸਕਦੇ। ਉਹਨਾਂ ਨੂੰ ਪਤਾ ਵੀ ਬਾਂਹ ਤੋਂ ਲਾ ਦਿੱਤਾ ਹੈ, ਪਰ ਗੁਰਦੁਆਰੇ ਇਸ ਕਰਕੇ ਰੱਖ ਗਏ ਵੀ ਆਪੇ ਚਲੋ ਜੋ ਕੁਝ ਹੋਊ ਗੁਰਦੁਆਰੇ ਵਿੱਚ ਰੱਖਿਆ ਜਾਊ। ਤੇ ਮੈਂ ਕਹਿੰਦਾ ਵੀ ਮਹਾਰਾਜ ਬਖਸ਼ ਲਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠੇ ਆ ਤੇ ਫਿਰ ਗੁਰਦੁਆਰੇ ਤੇ ਅਸੀਂ ਰਹਿੰਦੇ ਹਾਂ, ਸਾਡੇ ਤੇ ਰੋਟੀ ਵੀ ਬੰਦ ਹੋ ਜੇ ਇਹਨਾਂ ਕੰਮਾਂ ਦੇ ਵਿੱਚ। ਤੇ ਇਹਨੂੰ ਸਮਝੋ, ਕਿਸੇ ਤਰੀਕੇ ਦਾ ਵਹਿਮ ਨਹੀਂ ਕਰਨਾ। ਥੋੜ੍ਹੇ ਚਿਰ 2-3 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਨਾ ਬਾਹਰ ਕਿਸੇ ਨੇ ਪ੍ਰਭਾਤ ਫੇਰੀ ਨਿਕਲਦੀ ਪਈ ਸੀ, ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਭਾਤ ਫੇਰੀ ਸੀ, ਤੇ ਉਹ ਬਾਹਰ ਚੌਂਕ ਦੇ ਬਿਲਕੁਲ ਸੈਂਟਰ ਦੇ ਵਿੱਚ ਉਹ ਕਿਸੇ ਨੇ ਜਿੰਦਰਾ ਸੁੱਟਿਆ ਪਿਆ ਸੀ, ਤਾਲਾ ਸੁੱਟਿਆ ਪਿਆ ਸੀ। ਉਹ ਮਾਤਾ ਜੀ ਸਵੇਰੇ ਆਉਂਦੇ ਨੇ ਪ੍ਰਕਾਸ਼ ਕਰਨ ਤੇ ਉਹ ਤਾਲਾ ਚੁੱਕ ਲੈ, ਕਹਿੰਦੇ ਆ ਭਾਈ ਸਾਹਿਬ ਬਾਹਰ ਤਾਲਾ ਪਿਆ। ਮੈਂ ਕਿਹਾ ਠੀਕ ਹੈ ਜੀ, ਇਹਨੂੰ ਇੱਥੇ ਰੱਖੋ, ਲੋੜ ਪਏਗੀ ਗੁਰਦੁਆਰੇ ਤਾਂ ਆਪਾਂ ਵਰਤ ਲਵਾਂਗੇ। ਹੁਣ ਉਹੋ ਜਿਹਾ ਹੋਵੇ ਕੋਈ, ਉਹਨੂੰ ਨਾਲੇ ਜਾਣ ਤੇ ਬਣ ਜਾਣੀ ਵੀ ਉਹ ਮੈਂ ਤਾਲੇ ਤੋਂ ਲੰਘ ਗਿਆ ਹਾਂ ਤੇ ਪਤਾ ਨਹੀਂ ਕਿਤੇ ਜ਼ਿੰਦਗੀ ਨੂੰ ਲਾਓ ਕਿ ਨਾ ਲੱਗ ਜਾਵੇ। ਇਹੋ ਜਿਹੇ ਵਹਿਮਾਂ ਦੇ ਵਿੱਚ ਡਿੱਗੇ ਹੋਏ ਲੋਕ, ਔਰ ਸਿਰਫ ਹਿੰਦੁਸਤਾਨ ਦੀ ਗੱਲ ਨਹੀਂ ਹੈ, ਇੱਕ ਸ਼ਾਇਦ ਇਹ ਸਪੇਨ ਦੀ ਗੱਲ ਹੈ ਜਾਂ ਬਾਹਰਲੇ ਕਿਸੇ ਕੰਟਰੀ ਦੀ ਗੱਲ ਹੈ। ਉੱਥੇ ਕੀ ਹੋਇਆ ਵੀ ਉੱਥੇ ਇਸ ਗੱਲ ਦਾ ਵਹਿਮ ਫੈਲ ਗਿਆ ਵੀ ਭਾਈ ਇੱਕ ਖਾਸ ਪੁਲ ਹੈ, ਉਸ ਪੁਲ ਦੇ ਉੱਤੇ ਤਾਲਾ ਬੰਨਿਆ ਜਾਵੇ ਨਾ, ਤਾਲੇ ਨੂੰ ਲੌਕ ਕਰਕੇ ਆ ਜਾਈਏ ਤੇ ਮਨ ਦੀ ਕੋਈ ਕਾਮਨਾ ਜਿਹੜੀ ਆ ਨਾ ਉਹ ਪੂਰੀ ਹੋ ਜਾਂਦੀ ਹੈ, ਜਾਂ ਉਹਦੇ ਪਿੱਛੇ ਕੋਈ ਵਹਿਮ ਜੁੜ ਗਿਆ। ਹੌਲੀ ਹੌਲੀ ਉੱਥੇ ਹਜ਼ਾਰਾਂ ਹੀ ਤਾਲੇ ਜਿਹੜੇ ਸੀ ਲੋਕਾਂ ਨੇ ਉਹਨੂੰ, ਜਿਹੜਾ ਉਹ ਪੁਲ ਦੀ ਜਿਹੜੀ ਬਾਉਂਡਰੀ ਸੀ ਉਹਦੇ ਉੱਤੇ ਬੰਨ੍ਹ ਦਿੱਤੇ, ਦੀਵਾਰ ਦੇ ਉੱਤੇ ਬੰਨ੍ਹ ਦਿੱਤੇ। ਸਰਕਾਰ ਨੂੰ ਸਪੈਸ਼ਲ ਮਸ਼ੀਨ ਲਾ ਕੇ ਤੇ ਤਾਲੇ ਕੱਟਣੇ ਪਏ ਕਿ ਜੇ ਇੱਦਾਂ ਹੀ ਤਾਲੇ ਵੱਜਦੇ ਰਹੇ ਤੇ ਜਿਹੜਾ ਪੁਲ ਹੈ ਤੇ ਇੰਬੈਲੈਂਸ ਹੋ ਜਾਵੇਗਾ, ਨੁਕਸਾਨ ਹੋ ਜਾਵੇਗਾ, ਤਾਂ ਪੁਲ ਹੀ ਨਾ ਡਿੱਗ ਪਵੇ। ਇੱਦਾਂ ਦੇ ਲੋਕਾਂ ਦੇ ਵਹਿਮ ਆ ਸਾਡੇ, ਤੁਸੀਂ ਵੀ ਤੁਰਦੇ ਆਉਂਦੇ ਹੋਵੋਗੇ, ਦਰਖਤਾਂ ਦੇ ਥੱਲੇ ਬਾਲ ਕੇ ਦੀਵੇ ਜੜ੍ਹਾਂ ਸਾੜ ਦਿੱਤੀਆਂ ਨੇ ਉਹਦੀਆਂ, ਤੇ ਬਾਅਦ ਦੇ ਵਿੱਚ ਧਾਗੇ ਬੰਨ੍ਹ ਕੇ ਕੀ ਹਾਲ ਕਰ ਦਿੱਤੇ ਨੇ। ਮੈਂ ਫੇਰ ਕਹਿ ਦੇਵਾਂ, ਜਿਨ੍ਹਾਂ ਨੂੰ ਅਸੀਂ ਸਮਝਾਵਾਂਗੇ ਉਹ ਪਤਾ ਕੀ ਕਹਿਣਗੇ, ਤੁਹਾਨੂੰ ਕੀ ਪਤਾ, ਸਾਡੇ ਨਾਲ ਤੇ ਵੇਖਿਆ, ਸਾਡੇ ਨਾਲ ਤੇ ਵਾਪਰਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਇੱਦਾਂ ਦੀ ਗੱਲ ਹੈ ਵੀ ਝੂਠ ਨੂੰ ਜਿੰਨੀ ਮਰਜ਼ੀ ਇਹ ਗੰਢਾਂ ਮਾਰੀ ਜਾਓ ਤੇ ਜੋ ਮਰਜ਼ੀ ਕਰੀ ਜਾਓ, ਰਹਿਣਾ ਝੂਠ ਦਾ ਝੂਠ ਹੀ ਹੈ। ਇਸ ਕਰਕੇ ਬੇਨਤੀ ਕਰ ਦੇਵਾਂ, ਇੱਕ ਵਾਰ ਡਰ ਲੱਗਦਾ ਹੈ ਮਨ ਦੇ ਵਿੱਚ ਵੀ ਜੇ ਮੈਂ ਛੱਡ ਦਿੱਤਾ ਤੇ ਪਤਾ ਨਹੀਂ ਕੀ ਹੋ ਜਾਵੇਗਾ। ਬਸ
ਇੱਕ ਵਾਰ ਨਿਕਲ ਗਏ ਤੇ ਫਿਰ ਦੁਬਾਰਾ ਕਦੀ ਹੋਵੇਗਾ ਵੀ ਨਹੀਂ। ਇਸ ਕਰਕੇ ਹਿੰਮਤ ਰੱਖੋ। ਵਹਿਮ ਛੱਡਣ ਲਈ ਬੜਾ ਵੱਡਾ ਦਿਲ ਚਾਹੀਦਾ ਹੈ। ਜੇ ਛੁੱਟ ਗਿਆ ਤੇ ਤੁਹਾਡੇ ਪਰਿਵਾਰ ਦੇ ਕੋਲੋਂ ਵੀ ਛੁੱਟ ਗਿਆ, ਜੇ ਛੁੱਟ ਗਿਆ ਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚੋਂ ਵੀ ਖਤਮ ਹੋ ਗਿਆ, ਤੇ ਜੇ ਨਹੀਂ ਖਤਮ ਹੋਇਆ ਤੇ ਫਿਰ ਲਾਈ ਜਾਓ ਜ਼ੋਰ। ਪੜ੍ਹਾਈ ਵੀ ਸਾਡੀ ਕਿਸੇ ਕੰਮ ਨਹੀਂ ਆਉਣੀ, ਸਾਡੇ ਬੱਚਿਆਂ ਦੇ ਵੀ ਗਲੇ ਇੱਦਾਂ ਹੀ ਪੈ ਜਾਣਾ ਹੈ। ਇਸ ਕਰਕੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ, ਸ਼ਬਦ ਗੁਰੂ ਦੀ ਬਾਣੀ ਨੂੰ ਸਮਝੀਏ, ਸਾਡੀ ਜ਼ਿੰਦਗੀ ਦੀ ਸਮਝ ਆਵੇ। ਕੁਝ ਸਮਾਜਿਕ ਪਾਸੇ ਨੇ, ਇੱਦਾਂ ਹੀ ਵਹਿਮ ਦੀ ਗੱਲ ਅਸੀਂ ਅੱਗੇ ਵੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਅਗਲੀ ਪੌੜੀ ਵੀ ਲਗਭਗ ਇਹਦੇ ਨਾਲ ਦੀ ਹੈ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ, ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।